ਵਾਹਿਗੁਰੂ ਜੀ। ਹੋਏ ਆਪ ਕੀ ਕਰਨਾ ਜਾਹੀ, ਪ੍ਰਾਪਤ ਮਿਰਤ ਸੋ ਅਸਨਰ ਤਾਹੀ। ਹੋਏ ਆਪ ਕੀ ਕਰਨਾ ਜਾਹੀ, ਪ੍ਰਾਪਤ ਮਿਰਤ ਸੋ ਅਸਨਰ ਤਾਹੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸ਼੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਵੰਦ। ਰਾਮਦਾਸ ਅਰਜਨ ਗੁਰੂ ਬਰ ਸ਼੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, जितने भी आप माई भाई नेमी प्रेमी दूरों नेड़ियों चल करके महापुरखों की पावन पवित्र अस्थान अथवा गुरु बाबा जियां दे सचखंड दरबार दे विच पहुँचे हो, सब सतगुरां दे चरनां दे विच हाजरियां लवाउण दे वास्ते चित्त बिरती नूं बाहरों इकागर करन दी खेचल करो। धन धन साहिब श्री गुरु नानक देव जी महाराज जियां दी पावन पवित्र कथा चल रही है। पिछले प्रकरण दे विच असीं यह विचार सरवण कीती कि धन गुरु नानक देव जी महाराज जियां दे पास भाई मरदाना बेनती करदा कि सच्चे पातशाह, बहुत समा हो गया, आपां अपने नगर राय भोए की तलवंडी तो चले हाँ। बड़े देशां विदेशां की सैर कर चुके हाँ। किन्ने क साल बतीत हो गए, आपां घर वापस नहीं गए। हुण आप जियां दी किरपा होवे ते घर वापस राय भोए की तलवंडी जाना करिए। सतगुरु बचन करते हैं भाई मरदाने नूं, कहन लगे, मरदाने अजे तक तेरे घर याद है, किन्ना समा होया तैनूं साडे नाल रहिंदियां होए नूं। तू बड़ी सेवा सिमरन दे विच जिंदगी बतीत कीती है, पर घर परिवार दा मोह तेरे मन दे विचों अजे भी टुटिया नहीं है। ਤਾਂ ਭਾਈ ਮਰਦਾਨਾ ਬੇਨਤੀ ਕਰਦਾ, ਸੱਚੇ ਪਾਤਸ਼ਾਹ ਮੈਂ ਤੇ ਸੁਭਾਵਕ ਹੀ ਪੁੱਛਿਆ ਹੈ, ਬਾਕੀ ਮੇਰੇ ਮਨ ਦੀ ਕੋਈ ਤਮੰਨਾ ਕੋਈ ਇੱਛਾ ਨਹੀਂ ਹੈ। ਸਤਿਗੁਰੂ ਬਚਨ ਕਰਦੇ ਹਨ ਕਿ ਜੇਕਰ ਤੂੰ ਜਾਣਾ ਚਾਹੁੰਦਾ ਹੈ ਤੇ ਤੈਨੂੰ ਬੜੀ ਜਲਦੀ ਛੇਤੀ ਪਹੁੰਚਾ ਦਿੰਦੇ ਹਾਂ। ਭਾਈ ਮਰਦਾਨਾ ਬੇਨਤੀ ਕਰਦਾ, ਨਹੀਂ ਸੱਚੇ ਪਾਤਸ਼ਾਹ ਆਪ ਜਿਆਂ ਦੀ ਬੜੀ ਅਪਾਰ ਕਿਰਪਾ ਹੋ ਚੁੱਕੀ ਹੈ। ਹੁਣ ਮੇਰੇ ਮਨ ਦੇ ਵਿੱਚ ਨਾਮ ਦੀ ਖੁਮਾਰੀ ਆਤਮਿਕ ਆਨੰਦ ਇੰਨਾ ਕੁ ਵੱਜ ਚੁੱਕਿਆ ਹੈ ਕਿ ਦੁਨੀਆ ਦੀ ਪਕੜ, ਦੁਨੀਆ ਦੀ ਮੋਹ ਮਮਤਾ ਮੇਰੇ ਅੰਦਰੋਂ ਬਿਲਕੁਲ ਨਾਸ ਹੋ ਗਈ ਹੈ, ਖਤਮ ਹੋ ਗਈ ਹੈ। ਤਾਂ ਫਿਰ ਭਾਈ ਮਰਦਾਨਾ ਬੇਨਤੀ ਕਰਦਾ, ਸੱਚੇ ਪਾਤਸ਼ਾਹ ਮੈਂ ਤੇ ਸੁਭਾਵਕ ਹੀ ਆਪ ਜੀਆਂ ਨੂੰ ਬੇਨਤੀ ਕਰ ਦਿੱਤੀ ਸੀ, ਤੇ ਬਾਕੀ ਜੇਕਰ ਆਪ ਜੀ ਜਾਣਾ ਚਾਹੁੰਦੇ ਹੋ ਫਿਰ ਤੇ ਮੈਂ ਨਾਲ ਜਾਵਾਂਗਾ ਜ਼ਰੂਰ, ਪਰ ਮੈਂ ਆਪ ਜੀਆਂ ਤੋਂ ਪਹਿਲਾਂ ਨਹੀਂ ਜਾ ਸਕਦਾ ਅਤੇ ਆਪ ਜੀਆਂ ਤੋਂ ਪਹਿਲਾਂ ਨਹੀਂ ਜਾਵਾਂਗਾ।
ਸਤਿਗੁਰੂ ਬਚਨ ਕਰਦੇ ਹਨ, ਮਰਦਾਨੇ ਤੂੰ ਸਾਡੇ ਤੋਂ ਪਹਿਲਾਂ ਹੀ ਜਾਵੇਂਗਾ। ਜਦ ਇਸ ਤਰ੍ਹਾਂ ਸਤਿਗੁਰਾਂ ਬਚਨ ਕੀਤਾ, ਭਾਈ ਮਰਦਾਨਾ ਉਸੇ ਸਮੇਂ ਸਮਝ ਜਾਂਦਾ ਕਿ ਸਤਿਗੁਰੂ ਕਿਹੜੇ ਘਰ ਦੀ ਬਾਬਤ ਕਹਿ ਰਹੇ ਹਨ, ਕਿ ਇਹ ਤੇ ਬਚਨ ਕਰ ਰਹੇ ਹਨ ਨਿਜ ਘਰ ਸੱਚਖੰਡ ਬੈਕੁੰਠ ਧਾਮਾਂ ਨੂੰ ਜਾਣਦੇ, ਜਾਣੇ ਸਰੀਰ ਨੂੰ ਤਿਆਗ ਕੇ ਜਾਣਦੇ ਬਚਨ ਕਰ ਰਹੇ ਹਨ। ਜਦ ਸਤਿਗੁਰਾਂ ਬਚਨ ਕੀਤਾ ਕਿ ਮਰਦਾਨੇ ਤੂੰ ਸਾਡੇ ਤੋਂ ਪਹਿਲਾਂ ਹੀ ਜਾਵੇਂਗਾ, ਤਾਂ ਭਾਈ ਮਰਦਾਨਾ ਸਮਝ ਜਾਂਦਾ ਹੈ ਅਤੇ ਬੇਨਤੀ ਕਰਦਾ, ਸੱਚੇ ਪਾਤਸ਼ਾਹ ਫਿਰ ਮੇਰੇ ਕਿੰਨੇ ਕੁ ਦਿਨ ਬਾਕੀ ਰਹਿ ਗਏ ਹਨ ਜ਼ਿੰਦਗੀ ਦੇ। ਸਤਿਗੁਰੂ ਕਹਿੰਦੇ ਤੇਰੇ ਤਕਰੀਬਨ 5 ਦਿਨ ਬਾਕੀ ਹਨ। 5 ਦਿਨਾਂ ਤੋਂ ਬਾਅਦ ਹੀ ਆਪਣੇ ਪੰਜ ਭੌਤਿਕ ਸਰੀਰ ਦਾ ਤਿਆਗ ਕਰ ਜਾਵੇਗਾ। ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਉਹ ਕਿਹੜੀ ਜਗ੍ਹਾ ਹੋਵੇਗੀ ਜਿੱਥੇ ਮੈਂ ਆਪਣੇ ਸਰੀਰ ਦਾ ਤਿਆਗ ਕਰਾਂਗਾ। ਸਤਿਗੁਰਾਂ ਦੱਸਿਆ ਕਿ ਖੁਰਮਾ ਸ਼ਹਿਰ ਹੋਵੇਗਾ। ਇਸ ਸ਼ਹਿਰ ਤੋਂ ਬਾਹਰ 3 ਘੜੀਆਂ ਦਿਨ ਰਹਿੰਦਾ ਹੋਇਆ ਤੇਰੇ ਸਰੀਰ ਦਾ ਅੰਤ ਸਮਾਂ ਹੋਵੇਗਾ। ਤਾਂ ਭਾਈ ਮਰਦਾਨੇ ਦੇ ਮਨ ਦੇ ਵਿੱਚ ਸਰੀਰ ਨੂੰ ਤਿਆਗਣ ਦਾ, ਸਰੀਰ ਨੂੰ ਛੱਡਣ ਦਾ ਕੋਈ ਖੇਦ, ਕੋਈ ਦੁੱਖ ਨਹੀਂ ਸੀ, ਕਿਉਂਕਿ ਸਾਰੀ ਜ਼ਿੰਦਗੀ ਗੁਰੂ ਬਾਬਾ ਜੀਆਂ ਦੀ ਸੇਵਾ ਦੇ ਵਿੱਚ ਲਗਾ ਦਿੱਤੀ, ਗੁਰੂ ਬਾਬਾ ਜੀਆਂ ਦੀ ਆਗਿਆ ਦੇ ਵਿੱਚ ਚੱਲਦਾ ਰਿਹਾ। ਤਾਂ ਇਹੋ ਜਿਹੀ ਮਸਤੀ, ਇਹੋ ਜਿਹਾ ਆਨੰਦ ਪ੍ਰਾਪਤ ਹੋ ਗਿਆ ਸੀ, ਇਹੋ ਜਿਹਾ ਫਲ ਪ੍ਰਾਪਤ ਹੋ ਚੁੱਕਿਆ ਸੀ ਕਿ ਉਹ ਜਨਮ ਮਰਨ ਦੇ ਚੱਕਰਾਂ ਤੋਂ ਜਿਉਂਦੇ ਜੀ ਜੀਵਤ ਹੀ ਮੁਕਤ ਹੋ ਚੁੱਕਿਆ ਸੀ। ਤਾਂ ਜੰਗਲ ਦੇ ਰਸਤੇ ਸਤਿਗੁਰੂ ਆ ਰਹੇ ਹਨ ਅਤੇ ਚਲਦੇ ਚਲਦੇ ਜਦ 4 ਦਿਨ ਬਤੀਤ ਹੋ ਜਾਂਦੇ ਹਨ, ਰਸਤੇ ਦੇ ਵਿੱਚ ਕਿਤੇ ਵੀ ਸਤਿਗੁਰੂ ਮਹਾਰਾਜ ਜੀਆਂ ਨੂੰ ਰਜਨੀ ਜਾਣੇ ਰਾਤ ਪੈ ਜਾਂਦੀ, ਤਾਂ ਕਿਸੇ ਨਾ ਕਿਸੇ ਦਰਖਤ ਦੇ ਥੱਲੇ ਹੀ ਆਪਣਾ ਆਸਣ ਲਾ ਲੈਂਦੀ। ਭਾਵੇਂ ਕਿੰਨਾ ਵੀ ਕੋਈ ਭਿਆਨਕ ਜੰਗਲ ਕਿਉਂ ਨਾ ਹੁੰਦਾ, ਜਿੱਥੇ ਰਾਤ ਪੈ ਜਾਂਦੀ, ਪਹਿਲੇ ਸਮਿਆਂ ਦੇ ਵਿੱਚ ਵੱਡੇ ਵੱਡੇ ਜੰਗਲਾਤ ਹੋਇਆ ਕਰਦੇ ਸਨ। ਕਿੰਨੇ ਮੀਲਾਂ ਤੱਕ, ਕੋਹਾਂ ਤੱਕ ਜੰਗਲਾਤ ਹੀ ਹੋਇਆ ਕਰਦੇ ਸਨ। ਤੇ ਰਾਤ ਪੈ ਜਾਂਦੀ, ਕਿਸੇ ਦਰਖਤ ਦੇ ਥੱਲੇ ਹੀ ਆਪਣਾ ਆਸਣ ਲਾਉਂਦੇ। ਜੋਗੀ ਕੋ ਕੈਸਾ ਡਰ ਹੋਏ, ਰੂਖ ਬਿਰਖ ਗ੍ਰਹਿ ਬਾਹਰ ਸੋਏ। ਜੁੜੀ ਹੋਈ ਸੁਰਤ ਹੈ ਜੋ ਪਰਮੇਸ਼ਵਰ ਦੇ ਨਾਲ, ਉਹਨਾਂ ਨੂੰ ਕੋਈ ਡਰ ਨਹੀਂ ਹੁੰਦਾ। ਜੋਗੀ ਕੋ ਕੈਸਾ ਡਰ ਹੋਏ, ਰੂਖ ਬਿਰਖ ਗ੍ਰਹਿ ਬਾਹਰ ਸੋਏ। ਉਹ ਤੇ ਬਾਹਰ ਹੀ ਰੁੱਖਾਂ ਦੇ ਥੱਲੇ ਆਪਣੀ ਮੌਜ ਦੇ ਵਿੱਚ ਸਮਾਂ ਕੱਟ ਲੈਂਦੇ ਹਨ। ਤਾਂ ਇਸ ਤਰ੍ਹਾਂ ਜਦ ਰਾਤ ਚਲਦੇ ਚਲਦੇ 4 ਦਿਨ ਬਤੀਤ ਹੋਏ ਜੰਗਲ ਦੇ ਰਸਤੇ ਹੀ, ਕਿਤੇ ਰਾਤ ਕੱਟਦੇ ਹਨ, ਤਾਂ ਭਾਈ ਮਰਦਾਨੇ ਨੂੰ ਰਾਤ ਦੇ ਸਮੇਂ ਇੱਕ ਸੁਪਨਾ ਆਉਂਦਾ ਹੈ। ਜਦ ਅੰਮ੍ਰਿਤ ਵੇਲਾ ਹੋਇਆ, ਅੰਮ੍ਰਿਤ ਵੇਲੇ ਦਾ ਇਸ਼ਨਾਨ ਪਾਣ ਕਰਨ ਤੋਂ ਬਾਅਦ ਸਤਿਗੁਰੂ ਕੁਝ ਕੁ ਸਮਾਂ ਸੋਏ ਸਰੂਪ ਦੇ ਧਿਆਨ ਵਿੱਚ ਜੁੜ ਜਾਂਦੇ ਸਨ, ਸਮਾਧੀ ਵਿੱਚ ਜੁੜ ਜਾਂਦੇ ਸਨ। ਸਮੇਂ ਅਨੁਸਾਰ ਭਾਈ ਮਰਦਾਨਾ ਆਸਾ ਜੀ ਦੀ ਵਾਰ ਦਾ ਕੀਰਤਨ ਆਰੰਭ ਕਰ ਦਿੰਦਾ ਸੀ। ਅੱਜ ਆਸਾ ਜੀ ਦੀ ਵਾਰ ਦਾ ਕੀਰਤਨ ਹੋ ਚੁੱਕਾ। ਜਦ ਭਾਈ ਮਰਦਾਨੇ ਨੇ ਆਸਾ ਜੀ ਦੀ ਵਾਰ ਦਾ ਭੋਗ ਪਾ ਦਿੱਤਾ, ਗੁਰੂ ਬਾਬਾ ਜੀਆਂ ਦੇ ਅੱਗੇ ਅਰਦਾਸ ਬੇਨਤੀ ਕਰ ਦਿੱਤੀ, ਤਾਂ ਉਸ ਤੋਂ ਬਾਅਦ ਆਪਣੇ ਸੁਪਨੇ ਵਾਲੀ ਸਾਰੀ ਵਾਰਤਾ ਗੁਰੂ ਬਾਬਾ ਜੀਆਂ ਦੇ ਅੱਗੇ ਖੋਲ੍ਹ ਕੇ ਰੱਖ ਦਿੱਤੀ। ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੈਨੂੰ ਇਉਂ ਕਰਕੇ ਸੁਪਨਾ ਆਇਆ ਹੈ ਕਿ ਜਿਨ੍ਹਾਂ ਨੂੰ ਮ੍ਰਿਤਕ ਸਰੀਰਾਂ ਨੂੰ ਸਰੀਰ ਛੱਡਣ ਤੋਂ ਬਾਅਦ ਜਿਹੜੇ ਮ੍ਰਿਤਕ ਸਰੀਰ ਰਹਿ ਜਾਂਦੇ ਹਨ, ਕੋਈ ਉਹਨਾਂ ਦਾ ਸੰਸਕਾਰ ਕਰ ਦਿੰਦਾ ਹੈ। ਮੁਸਲਮਾਨ ਮਤ ਅਨੁਸਾਰ ਇਹ ਧਰਨੀ ਦੇ ਵਿੱਚ ਦਫਨਾ ਦਿੰਦੇ ਹਨ, ਦਫਨ ਕਰਦੇ ਹਨ। ਤਾਂ ਮੈਨੂੰ ਸੁਪਨਾ ਆਇਆ, ਜਿਸ ਸੁਪਨੇ ਦੇ ਵਿੱਚ ਮੈਂ ਦੇਖਿਆ ਕਿ ਜਿਨ੍ਹਾਂ ਨੂੰ ਧਰਤੀ ਦੇ ਵਿੱਚ ਦਫਨਾਇਆ ਜਾਂਦਾ ਹੈ ਨਾ, ਦਫਨ ਕੀਤਾ ਜਾਂਦਾ ਹੈ, ਉਹ ਪਹਿਲੇ ਤਾਂ ਉੱਥੇ ਹੀ ਉਹਨਾਂ ਦੇ ਸਰੀਰ ਕਿੰਨੇ ਸਮੇਂ ਤੱਕ ਸੜਦੇ ਹਨ, ਫਿਰ ਇਹਨਾਂ ਨੂੰ ਦੁਬਾਰਾ ਸਾੜਿਆ ਜਾਂਦਾ ਹੈ। ਤਾਂ ਮੇਰੀ ਇਹ ਬੇਨਤੀ ਹੈ ਸੱਚੇ ਪਾਤਸ਼ਾਹ ਕਿ ਜਦ ਹੁਣ ਆਪ ਜੀਆਂ ਦੇ ਬਚਨ ਹੋਏ ਹੀ ਹਨ ਕਿ ਮੇਰੇ ਸਰੀਰ ਦਾ ਅੰਤ ਸਮਾਂ ਨੇੜੇ ਹੈ, ਜਦ ਮੈਂ ਆਪਣੇ ਪੰਜ ਭੌਤਿਕ ਚੋਲੇ ਨੂੰ ਤਿਆਗ ਦੇਵਾਂਗਾ ਨਾ, ਤੇ ਉਸ ਟਾਈਮ ਕਿਤੇ ਇਹ ਨਾ ਸੋਚਿਓ ਕਿ ਭਾਈ ਮਰਦਾਨੇ ਦਾ ਮੁਸਲਮਾਨੇ ਘਰ ਦਾ ਜਨਮ ਹੈ ਤੇ ਇਹਨਾਂ ਦੀ ਰਹੁ ਰੀਤੀ ਦੇ ਅਨੁਸਾਰ ਇਸ ਦੇ ਸਰੀਰ ਮ੍ਰਿਤਕ ਸਰੀਰ ਦਾ ਦਫਨ ਕੀਤਾ ਜਾਏ, ਦਫਨਾ ਦੇਈਏ। ਸੱਚੇ ਪਾਤਸ਼ਾਹ ਮੇਰੀ ਇਹ ਬੇਨਤੀ ਹੈ ਕਿ ਅੰਤ ਦੇ ਸਮੇਂ ਮੇਰੇ ਸਰੀਰ ਨੂੰ ਦਫਨਾਇਆ ਨਾ ਜਾਵੇ,
ਬਲਕਿ ਇਸ ਦਾ ਸੰਸਕਾਰ ਕਰ ਦਿੱਤਾ ਜਾਵੇ। ਤਾਂ ਸਤਿਗੁਰੂ ਮਹਾਰਾਜ ਭਾਈ ਮਰਦਾਨੇ ਦੀ ਬੇਨਤੀ ਸੁਣ ਕੇ ਬਚਨ ਕਰਦੇ ਹਨ, ਮਰਦਾਨੇ ਤੇਰੀ ਇਹ ਬੇਨਤੀ ਜ਼ਰੂਰ ਪ੍ਰਵਾਨ ਹੋਵੇਗੀ। ਭਾਈ ਮਰਦਾਨੇ ਨੇ ਇਹ ਬੇਨਤੀ ਕੀਤੀ ਸੀ ਨਾਲ ਹੀ ਕਿ ਸੱਚੇ ਪਾਤਸ਼ਾਹ, ਮੇਰੇ ਮਤ ਦੇ ਅਨੁਸਾਰ ਜਿਸ ਤਰ੍ਹਾਂ ਮੇਰਾ ਮੁਸਲਮਾਨੀ ਘਰ ਦਾ ਜਨਮ ਹੈ ਨਾ, ਜਨਮ ਦਾ ਮੈਂ ਜ਼ਰੂਰ ਮੁਸਲਮਾਨ ਹਾਂ, ਪਰ ਮੈਂ ਕਰਮ ਦਾ ਮੁਸਲਮਾਨ ਨਹੀਂ ਹਾਂ। ਕਰਮ ਕਰਕੇ ਮੇਰੀ ਕਿਰਿਆ ਮੁਸਲਮਾਨਾਂ ਵਾਲੀ ਨਹੀਂ ਹੈ। ਮੈਂ ਤੇ ਆਪ ਜੀਆਂ ਦਾ ਸੇਵਕ ਹਾਂ। ਸਾਰੀ ਜ਼ਿੰਦਗੀ ਮੈਨੂੰ ਤੇ ਹਿੰਦੂ ਜਾਂ ਮੁਸਲਮਾਨ ਧਰਮ ਦੇ ਨਾਲ ਕੋਈ ਮਤਲਬ ਨਹੀਂ ਸੀ। ਮੇਰਾ ਤੇ ਨਿਸ਼ਚਾ ਇਹ ਸੀ ਕਿ ਆਪ ਜੀ ਉਸ ਪਰਮੇਸ਼ਰ ਨਿਰੰਕਾਰ ਦਾ ਸਰੂਪ ਹੋ ਤੇ ਮੈਂ ਆਪ ਜੀਆਂ ਦਾ ਸੇਵਕ ਹਾਂ। ਆਪ ਜੀਆਂ ਦੀ ਆਗਿਆ ਦੇ ਵਿੱਚ ਰਹਿਣਾ ਹੀ ਮੇਰਾ ਤੇ ਕਰਮ ਧਰਮ ਸੀ। ਮੇਰਾ ਜਨਮ ਜ਼ਰੂਰ ਮੁਸਲਮਾਨ ਦਾ ਹੈ, ਪਰ ਮੇਰੇ ਕਰਮ ਮੁਸਲਮਾਨਾਂ ਵਾਲੇ ਨਹੀਂ ਹਨ। ਤਾਂ ਜਦ ਇਸ ਤਰ੍ਹਾਂ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਮੇਰੇ ਸਰੀਰ ਦਾ ਸੰਸਕਾਰ ਕੀਤਾ ਜਾਵੇ, ਸਤਿਗੁਰੂ ਬਚਨ ਕਰਦੇ ਹਨ, ਮਰਦਾਨੇ ਤੇਰੀ ਬੇਨਤੀ ਜ਼ਰੂਰ ਪ੍ਰਵਾਨ ਕਰਾਂਗੇ, ਅਤੇ ਇਸ ਤਰ੍ਹਾਂ ਕਰਕੇ ਜੇ ਨਾ ਕੀਤਾ ਜਾਏ ਤੇ ਫਿਰ ਸਾਡੇ ਸਿਰ ਭਾਰ ਹੈ। ਤਾਂ ਇਉਂ ਬਚਨ ਕਰਦੇ ਹੋਏ ਉਸ ਖੁਰਮੇ ਸ਼ਹਿਰ ਪਹੁੰਚਦੇ ਹਨ, ਜਿੱਥੇ ਸ਼ਹਿਰ ਦੀਆਂ ਬਾਜ਼ਾਰ ਦੀਆਂ ਗਲੀਆਂ ਵਿੱਚ ਦੀ ਜਾ ਰਹੇ ਹਨ। ਬਹੁਤ ਸਾਰੇ ਬਾਜ਼ਾਰ ਇੱਧਰ ਉੱਧਰ ਦਿਖਾ ਰਹੇ ਹਨ ਸਤਿਗੁਰੂ ਭਾਈ ਮਰਦਾਨੇ ਨੂੰ, ਅਤੇ ਬਚਨ ਕਰਦੇ ਹਨ ਕਿ ਭਾਈ ਮਰਦਾਨਾ, ਤੇਰਾ ਇਸ ਖੁਰਮੇ ਸ਼ਹਿਰ ਦੇ ਵਿੱਚ ਲਾਸਟ ਦਾ ਭੋਜਨ ਲਿਖਿਆ ਹੋਇਆ ਹੈ। ਆਪਣੀ ਪੂਰੀ ਜ਼ਿੰਦਗੀ ਦੇ ਵਿੱਚੋਂ ਲਾਸਟ ਦੇ ਸਮੇਂ ਜੋ ਭੋਜਨ ਛਕਣਾ ਹੈ ਨਾ, ਉਹ ਲਾਸਟ ਦਾ ਅਖੀਰਲਾ ਭੋਜਨ ਤੇਰਾ ਇਹ ਖੁਰਮੇ ਸ਼ਹਿਰ ਦਾ ਹੈ। ਤਾਂ ਬਚਨ ਕਰਦੇ ਹਨ ਸਤਿਗੁਰੂ ਕਿ ਤੂੰ ਇਉਂ ਕਰੀ ਕਿ ਇੱਥੋਂ ਭੋਜਨ ਪਾਣੀ ਛਕ ਕੇ ਇਸ ਸ਼ਹਿਰ ਤੋਂ ਬਾਹਰ ਅਸੀਂ ਇੱਕ ਦਰਖਤ ਦੇ ਥੱਲੇ ਆਪਣਾ ਆਸਣ ਲਾਵਾਂਗੇ, ਉੱਥੇ ਸਾਡੇ ਪਾਸ ਪਹੁੰਚ ਜਾਵੀਂ। ਤਾਂ ਇਸੇ ਤਰ੍ਹਾਂ ਹੋਇਆ। ਭਾਈ ਮਰਦਾਨਾ ਰਹਿ ਗਿਆ ਇਸ ਬਾਜ਼ਾਰ ਦੇ ਵਿੱਚ ਹੀ। ਇੱਥੋਂ ਭੋਜਨ ਪਾਣੀ ਛਕਿਆ। ਗੁਰੂ ਬਾਬਾ ਜੀ ਨਗਰ ਤੋਂ ਬਾਹਰ ਆਪਣਾ ਡੇਰਾ ਲਾਉਂਦੇ ਹਨ। ਭੋਜਨ ਪਾਣੀ ਛਕਣ ਤੋਂ ਬਾਅਦ ਭਾਈ ਮਰਦਾਨਾ ਉੱਥੇ ਪਹੁੰਚ ਜਾਂਦਾ ਹੈ। ਜਾ ਕੇ ਸਤਿਗੁਰਾਂ ਦੇ ਚਰਨਾਂ 'ਤੇ ਨਮਸਕਾਰ ਕਰਦਾ ਹੈ, ਸਤਿਗੁਰਾਂ ਦੇ ਸਾਹਮਣੇ ਬੈਠ ਜਾਂਦਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਬਚਨ ਕਰਦੇ ਹਨ ਕਿ ਤੇਰਾ ਉਹ ਸਮਾਂ ਆ ਗਿਆ ਹੈ ਜੋ ਤੈਨੂੰ ਦੱਸਿਆ ਸੀ ਕਿ ਦਿਨ 3 ਘੜੀਆਂ ਬਾਕੀ ਰਹਿੰਦਾ ਹੋਵੇਗਾ, ਤੇਰੇ ਸਰੀਰ ਦਾ ਅੰਤ ਸਮਾਂ ਹੋਵੇਗਾ। ਤਾਂ ਤੂੰ ਇਉਂ ਦੱਸ ਕਿ ਤੈਨੂੰ ਆਪਣੇ ਸਰੀਰ ਦੇ ਚਲਾਣੇ ਦੇ ਬਾਰੇ ਕੋਈ ਮਹਿਸੂਸ ਹੋ ਰਿਹਾ ਕਿ ਨਹੀਂ ਹੋ ਰਿਹਾ ਹੈ। ਤਾਂ ਭਾਈ ਮਰਦਾਨੇ ਨੇ ਬੇਨਤੀ ਕੀਤੀ, ਹਾਂ ਸੱਚੇ ਪਾਤਸ਼ਾਹ, ਮੇਰੀ ਬਿਲਕੁਲ ਤਿਆਰੀ ਹੈ। ਜਿਨ੍ਹਾਂ ਦੀ ਤਿਆਰੀ ਹੋਵੇ ਤੇ ਉਹਨਾਂ ਬੱਚਿਆਂ ਨੂੰ ਜੋ ਸਕੂਲਾਂ ਕਾਲਜਾਂ ਦੇ ਵਿੱਚ ਪੜ੍ਹਨ ਵਾਲੇ ਹਨ ਨਾ, ਜਿਨ੍ਹਾਂ ਦੀ ਪੂਰੀ ਤਿਆਰੀ ਹੋਵੇ ਤੇ ਇਮਤਿਹਾਨ ਦੇ ਸਮੇਂ ਕੋਈ ਡਰ ਨਹੀਂ ਰਹਿੰਦਾ ਹੈ, ਖੁਸ਼ੀ ਨਾਲ ਆਪਣੇ ਇਮਤਿਹਾਨ ਦਿੰਦੇ ਹਨ। ਤੇ ਜਿਨ੍ਹਾਂ ਦੀ ਇਸ ਮਾਤ ਲੋਕ ਦੇ ਵਿੱਚ ਸੇਵਾ ਸਿਮਰਨ ਕਰਕੇ ਜਨਮ ਸਫਲਾ ਕਰ ਲਿਆ, ਉਹਨਾਂ ਨੇ ਪਰਮਾਰਥ ਦੀ ਤਿਆਰੀ ਕਰ ਲਈ ਹੈ। ਉਹਨਾਂ ਨੂੰ ਸਰੀਰ ਤਿਆਗਣ ਦੇ ਸਮੇਂ, ਸਰੀਰ ਛੱਡਣ ਦੇ ਸਮੇਂ ਕੋਈ ਵੀ ਦੁੱਖ ਨਹੀਂ ਹੁੰਦਾ ਹੈ, ਸਗੋਂ ਉਹਨਾਂ ਦੇ ਮਨ ਦੇ ਵਿੱਚ ਬੜਾ ਆਨੰਦ, ਬੜੀ ਖੁਸ਼ੀ ਹੁੰਦੀ ਹੈ ਕਿ 5 ਭੂਤਕ ਚੋਲੇ ਨੂੰ ਤਿਆਗ ਕੇ ਅਸੀਂ ਉਸ ਨਿਰੰਕਾਰ ਦੇ ਦੇਸ਼ ਨੂੰ ਚਲੇ ਜਾਣਾ ਹੈ। ਭਾਈ ਮਰਦਾਨੇ ਦੇ ਮਨ ਦੇ ਵਿੱਚ ਵੀ ਬੜੀ ਖੁਸ਼ੀ ਹੈ, ਬੜਾ ਆਨੰਦ ਹੈ। ਗੁਰੂ ਬਾਬਾ ਜੀਆਂ ਦੇ ਅੱਗੇ ਬੇਨਤੀ ਕਰਦਾ, ਸੱਚੇ ਪਾਤਸ਼ਾਹ ਮੇਰੀ ਬਿਲਕੁਲ ਤਿਆਰੀ ਹੈ। ਹੁਣ ਸਤਿਗੁਰੂ ਕਹਿੰਦੇ ਤੈਨੂੰ ਕੀ ਮਹਿਸੂਸ ਹੋ ਰਿਹਾ ਹੈ? ਭਾਈ ਮਰਦਾਨੇ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜਿਹੜੀ ਸੁਣਿਆ ਸੀ ਨਾ ਕਦੇ ਕਿ ਨਾਭੀ ਦੇ ਵਿੱਚ ਇਸ ਅਸਥਾਨ 'ਤੇ ਸਵਾਸਾਂ ਦੀ ਗੰਢ ਹੋਇਆ ਕਰਦੀ ਹੈ, ਉਹ ਅੰਤ ਦੇ ਸਮੇਂ ਖੁੱਲ੍ਹ ਜਾਂਦੀ ਹੈ। ਉਹ ਸਵਾਸਾਂ ਦੀ ਗੰਢ ਮੇਰੀ ਨਾਭੀ ਤੋਂ ਖੁੱਲ੍ਹ ਚੁੱਕੀ ਹੈ। ਤਾਂ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੇਰੇ ਕੋਲ 9 ਸਵਾਸ 9 ਸਾਹ ਆਉਣੇ ਬਾਕੀ ਹਨ। ਤਾਂ ਭਾਈ ਬਾਲੇ ਨੂੰ ਸਤਿਗੁਰਾਂ ਇਸ਼ਾਰਾ ਕੀਤਾ, ਕਹਿਣ ਲੱਗੇ ਕਿ ਭਾਈ ਮਰਦਾਨੇ ਦੇ ਸਵਾਸ ਗਿਣਨਾ ਕਰੋ। ਭਾਈ ਮਰਦਾਨਾ ਗੁਰੂ ਬਾਬਾ ਜੀਆਂ ਦੇ ਸਾਹਮਣੇ ਹੀ ਲੇਟ ਜਾਂਦਾ ਹੈ, ਲੰਮਾ ਪੈ ਜਾਂਦਾ ਹੈ। ਤਾਂ ਉਸ ਟਾਈਮ ਜਦ 9 ਸਵਾਸ ਭਾਈ ਮਰਦਾਨੇ ਨੂੰ ਆਏ, ਭਾਈ ਬਾਲਾ ਗਿਣਦਾ ਰਿਹਾ। ਤਾਂ 9 ਸਾਹਾਂ ਤੋਂ ਬਾਅਦ ਭਾਈ ਬਾਲੇ ਨੇ
ਭਾਈ ਮਰਦਾਨੇ ਦੇ ਸਰੀਰ ਨੂੰ ਹੱਥ ਲਾ ਕੇ ਦੇਖਿਆ ਤੇ ਬੜੇ ਬੈਰਾਗ ਦੇ ਵਿੱਚ ਆ ਕੇ ਗੁਰੂ ਬਾਬਾ ਜੀ ਨੂੰ ਕਹਿਣ ਲੱਗਿਆ ਕਿ ਸੱਚੇ ਪਾਤਸ਼ਾਹ, ਭਾਈ ਮਰਦਾਨਾ ਪੂਰਾ ਹੋ ਗਿਆ ਹੈ, ਆਪਣੇ ਪੰਜ ਭੌਤਿਕ ਚੋਲੇ ਨੂੰ ਤਿਆਗ ਗਿਆ ਹੈ। ਤਾਂ ਸਤਿਗੁਰੂ ਮਹਾਰਾਜ ਜੀ ਨੇ ਇਸ ਤਰ੍ਹਾਂ ਜਦ ਭਾਈ ਬਾਲੇ ਦੇ ਨਾਲ ਬਚਨ ਬਿਲਾਸ ਕੀਤੇ ਤਾਂ ਭਾਈ ਬਾਲਾ ਕਹਿਣ ਲੱਗਿਆ, ਸੱਚੇ ਪਾਤਸ਼ਾਹ, ਮੈਂ ਇਹ ਜਾਣ ਲਿਆ ਹੈ ਕਿ ਭਾਈ ਮਰਦਾਨੇ ਨੇ ਇੱਥੇ ਹੀ ਸਰੀਰ ਦਾ ਤਿਆਗ ਕਰਕੇ ਆਪ ਜੀਆਂ ਦੇ ਵਿੱਚ ਹੀ ਸਮਾਈ ਕੀਤੀ ਹੈ, ਸਮਾ ਗਿਆ ਹੈ। ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਮਿਟ ਗਏ ਗਗਨ ਪਾਏ ਬਿਸ਼ਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਤਾਂ ਭਾਈ ਬਾਲਾ ਵੀ ਸਤਿਗੁਰਾਂ ਦੇ ਨਾਲ ਰਹਿ ਕੇ ਐਡੀ ਕੁ ਅਵਸਥਾ ਦਾ ਮਾਲਕ ਹੋ ਗਿਆ ਸੀ ਕਿ ਭਾਈ ਬਾਲੇ ਨੂੰ ਵੀ ਗਿਆਨ ਪ੍ਰਾਪਤ ਹੋ ਗਿਆ ਸੀ ਸਾਰਾ। ਭਾਈ ਬਾਲੇ ਨੇ ਦੇਖ ਲਿਆ, ਸਮਝ ਲਿਆ, ਜਾਣ ਲਿਆ ਕਿ ਭਾਈ ਮਰਦਾਨੇ ਨੇ ਸਰੀਰ ਤਿਆਗਿਆ ਹੈ ਤੇ ਗੁਰੂ ਬਾਬਾ ਜੀਆਂ ਦੇ ਚਰਨਾਂ ਦੇ ਵਿੱਚ ਹੀ ਲਾਇਤਾ ਹਾਸਲ ਕਰ ਲਈ ਹੈ। ਸਤਿਗੁਰਾਂ ਦੇ ਪਾਸ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਭਾਈ ਮਰਦਾਨੇ ਤੇ ਆਪ ਜੀਆਂ ਦੀ ਬੜੀ ਅਪਾਰ ਕਿਰਪਾ ਹੋ ਗਈ ਹੈ ਕਿ ਸਾਰੇ ਜਨਮ ਮਰਨ ਦੇ ਚੱਕਰ ਕੱਟ ਦਿੱਤੇ ਹਨ ਤੇ ਅੱਜ ਆਪਣੇ ਵਿੱਚ ਹੀ ਇਸ ਤਰ੍ਹਾਂ ਸਮਾਈ ਹੋ ਗਈ ਹੈ ਤੁਹਾਡੇ ਵਿੱਚ ਹੀ, ਜਿਸ ਤਰ੍ਹਾਂ ਜਲ ਦੀ ਬੂੰਦ ਸਮੁੰਦਰ ਦੀ ਬੂੰਦ ਜਾ ਕੇ ਸਮੁੰਦਰ ਦੇ ਵਿੱਚ ਸਮਾ ਜਾਏ। ਅੱਜ ਭਾਈ ਮਰਦਾਨਾ ਆਪ ਜੀਆਂ ਦੇ ਵਿੱਚ ਸਮਾ ਕੇ ਆਪ ਜੀਆਂ ਦਾ ਹੀ ਰੂਪ ਹੋ ਨਿਬੜਿਆ ਹੈ। ਇਤਿਹਾਦਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਉਚਾਰਨ ਕਰਦੇ ਹਨ, ਆਲਸ ਤੋਂ ਰਹਿਤ ਹੋ ਕੇ ਪ੍ਰੇਮ ਦੇ ਨਾਲ ਸਰਵਣ ਕਰੋ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਵਾਹਿਗੁਰੂ ਜੀ ਹੋਏ ਆਪ ਕੀ ਕਰਨਾ ਜਾਹੀ। ਭਾਈ ਬਾਲਾ ਦੋਨੋਂ ਹੱਥ ਜੋੜ ਕੇ ਬੇਨਤੀ ਕਰਦਾ ਹੈ, ਸੱਚੇ ਪਾਤਸ਼ਾਹ, ਜਿਸ ਦੇ ਉੱਪਰ ਵੀ ਆਪ ਜੀਆਂ ਦੀ ਕਿਰਪਾ ਹੋਵੇ ਨਾ, ਉਹੀ ਮਨੁੱਖਾ ਜਨਮ ਸਫਲਾ ਕਰਦਾ ਹੈ। ਉਹ ਮਨੁੱਖਾ ਜਨਮ ਸਫਲਾ ਕਰ ਲੈਂਦਾ ਹੈ ਸੇਵਾ ਸਿਮਰਨ ਬੰਦਗੀ ਕਰਕੇ ਗੁਰੂ ਵਾਲਾ ਬਣ ਕੇ, ਤੇ ਉਸੇ ਨੂੰ ਇਸ ਤਰ੍ਹਾਂ ਦੀ ਸੁਖੈਨ ਮ੍ਰਿਤੂ ਪ੍ਰਾਪਤ ਹੁੰਦੀ ਹੈ। ਪ੍ਰਾਪਤ ਮਿਰਤ ਸੋ ਅਸਨਰ ਤਾਈ। ਜਿਸ ਤਰ੍ਹਾਂ ਭਾਈ ਮਰਦਾਨੇ ਨੇ ਸੁਖੈਨ ਹੀ ਆਪਣੇ ਸਰੀਰ ਦਾ ਪਰਿਤਿਆਗ ਕਰ ਦਿੱਤਾ ਨਾ, ਸਰੀਰ ਛੱਡਣ ਦੇ ਵੇਲੇ ਅੰਤ ਦੇ ਸਮੇਂ ਕੋਈ ਵੀ ਦੁੱਖ ਕੋਈ ਵੀ ਕਸ਼ਟ ਮਹਿਸੂਸ ਨਹੀਂ ਹੋਇਆ। ਸਤਿਗੁਰਾਂ ਦੇ ਬਚਨ ਹੈ, ਕਿਆ ਜਾਣਾ ਕਿਬ ਮਰਹਿਗੇ ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋ ਨਾ ਬੀਸਰੈ ਤਾਂ ਸਹਿਲਾ ਮਰਨਾ ਹੋਏ। ਜੇ ਪਰਮੇਸ਼ਵਰ ਸਦਾ ਯਾਦ ਰਹੇ, ਕਿਉਂਕਿ ਸਮਾਂ ਉਹੀ ਲੇਖੇ ਦੇ ਵਿੱਚ ਪੈਂਦਾ ਹੈ ਜੋ ਪਰਮੇਸ਼ਵਰ ਦੀ ਯਾਦ ਦਾ ਕੱਢਿਆ ਜਾਂਦਾ ਹੈ। ਆ ਜੋ ਉਰੇ ਬੈਠੇ ਆ ਨਾ ਗੁਰੂ ਕੇ ਚਰਨਾਂ ਦੇ ਵਿੱਚ, ਇਹੀ ਸਮਾਂ ਲੇਖੇ ਦੇ ਵਿੱਚ ਹੈ। ਉਮਰ ਉਹਾਂ ਵਿੱਚ ਲੇਖੇ ਜੋ ਯਾਦ ਸਾਈਂ ਵਿੱਚ ਗੁਜਰੇ ਪੈਂਦੀ ਮੁਜਰੇ। ਉਹੀ ਉਮਰ ਉਹੀ ਸਮਾਂ ਲੇਖੇ ਵਿੱਚ ਪੈਂਦਾ ਜੋ ਪ੍ਰਭੂ ਦੀ ਪਰਮੇਸ਼ਵਰ ਦੀ ਯਾਦ ਦਾ ਕੱਢਿਆ ਜਾਵੇ। ਤਾਂ ਹੁਣ ਸਤਿਗੁਰਾਂ ਦੇ ਪਾਸ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਜਿਸ ਤੇ ਆਪ ਜੀਆਂ ਦੀ ਕਿਰਪਾ ਹੋਵੇ ਨਾ, ਉਹ ਇਸ ਤਰ੍ਹਾਂ ਸੁਖੈਨ ਮ੍ਰਿਤੂ ਨੂੰ ਪ੍ਰਾਪਤ ਕਰਦਾ। ਨਹੀਂ ਤੇ ਬੜੀ ਦੁਖਦਾਈ ਹਾਲਤ ਜੀਵਾਂ ਦੀ ਅੰਤ ਦੇ ਸਮੇਂ ਸਰੀਰ ਛੱਡਣ ਦੇ ਸਮੇਂ ਹੋ ਜਾਂਦੀ ਹੈ। ਬਿਰਲੇ ਬਿਰਲੇ ਗੁਰਮੁਖ ਹੁੰਦੇ ਹਨ ਜਿਹੜਾ ਜਨਮ ਸਫਲਾ ਕਰ ਲੈਂਦੇ ਹਨ। ਉਹਨਾਂ ਨੂੰ ਸਰੀਰ ਤਿਆਗਣ ਵੇਲੇ ਅੰਤ ਦੇ ਸਮੇਂ ਕੋਈ ਕਸ਼ਟ ਮਹਿਸੂਸ ਨਹੀਂ ਹੁੰਦਾ। ਜਿਉ ਗਜ ਫੂਲ ਮਾਲ ਕੋ ਡਰ ਹੈ। ਬੇਨਤੀ ਕਰਦਾ ਭਾਈ ਬਾਲਾ ਕਿ ਸੱਚੇ ਪਾਤਸ਼ਾਹ, ਭਾਈ ਮਰਦਾਨਾ ਸੁਖੈਨ ਹੀ ਆਪਣੇ ਸਰੀਰ ਨੂੰ ਤਿਆਗ ਗਿਆ। ਕਿਸ ਤਰ੍ਹਾਂ ਕਿ ਜਿਸ ਤਰ੍ਹਾਂ ਕੋਈ ਹਾਥੀ ਆਪਣੇ ਫੁੱਲਾਂ ਗਲ ਦੇ ਵਿੱਚ ਪਾਈ ਹੋਈ ਫੁੱਲਾਂ ਦੀ ਮਾਲਾ ਨੂੰ ਬੜੇ ਆਰਾਮ ਦੇ ਨਾਲ ਲਾਹ ਕੇ ਪਰੇ ਰੱਖ ਦਿੰਦਾ ਹੈ। ਕਿਸੇ ਹਾਥੀ ਦੇ ਗਲ ਦੇ ਵਿੱਚ ਫੁੱਲਾਂ ਦੀ ਮਾਲਾ ਪਾ ਦੇਵੋ ਤੇ ਉਹ ਸੁੰਡ ਦੇ ਨਾਲ ਲਾਹ ਕੇ ਪਰੇ ਰੱਖ ਦਿੰਦਾ ਬੜੇ ਆਰਾਮ ਦੇ ਨਾਲ। ਕੋਈ ਦੁੱਖ ਜਾਂ ਕਸ਼ਟ ਵਾਲੀ ਗੱਲ ਨਹੀਂ ਹੈ ਨਾ। ਤੇ ਇਸੇ ਤਰ੍ਹਾਂ ਭਾਈ ਮਰਦਾਨੇ ਨੇ ਆਪਣੇ ਪੰਜ ਭੂਤਕ ਚੋਲੇ ਇਸ ਅਸਥੂਲ ਨੂੰ ਰਾਹ ਕੇ ਪਰੇ ਰੱਖ ਦਿੱਤਾ। ਕੋਈ ਕਸ਼ਟ ਜਾਂ ਦੁੱਖ ਮਹਿਸੂਸ ਨਹੀਂ ਕੀਤਾ। ਜਿਸ ਤਰ੍ਹਾਂ ਕੋਈ ਪ੍ਰਾਣੀ ਆਪਣਾ ਚੋਲਾ ਲਾ ਕੇ ਪਰੇ ਰੱਖ ਦੇਵੇ, ਇਉਂ ਆਪਣੇ ਸਰੀਰ ਦਾ ਪਰਿਤਿਆਗ ਕਰ ਦਿੰਦੇ ਹਨ ਜਿਨ੍ਹਾਂ ਨੇ ਆਪਣੇ ਮਨੁੱਖਾ ਜਨਮ ਨੂੰ ਸਫਲਾ ਕੀਤਾ, ਮਨੁੱਖਾ ਜਨਮ ਦੀ ਬਾਜੀ ਨੂੰ ਜਿਹੜੇ ਜਿੱਤ ਕੇ ਗਏ ਹੈ।
ਇਸ ਦੁਨੀਆ ਇਸ ਸੰਸਾਰ ਦੇ ਵਿੱਚ ਬੜੇ ਵੱਡੇ ਵੱਡੇ ਮਹਾਂਪੁਰਖ ਹੋਏ ਹਨ, ਜਿਨ੍ਹਾਂ ਦੇ ਜੀਵਨ ਦੇ ਵਿੱਚੋਂ ਵਿਚਾਰ ਕਰਕੇ ਦੇਖਿਆ ਜਾਵੇ ਤਾਂ ਜੋ ਵਚਨ ਭਗਤ ਕਬੀਰ ਜੀਆਂ ਨੇ ਅੰਕਿਤ ਕੀਤੇ ਨਾ, ਧਨਵੰਤਾ ਅਰ ਨਿਰਧਨ ਮਨ ਇਹ ਤਾਂ ਕੀ ਕਛੂ ਨਾ ਕਾਨੀ ਰੇ, ਰਾਜਾ ਪਰਜਾ ਸਮ ਕਰ ਮਾਰੈ ਐਸੋ ਕਾਲ ਵਿਡਾਨੀ ਰੇ, ਹਰ ਕੇ ਸੇਵਕ ਜੋ ਹਰ ਭਾਏ ਤਿਨ ਕੀ ਕਥਾ ਨਿਰਾਰੀ ਰੇ, ਆਵ ਹੈ ਨਾ ਜਾਹੇ ਨਾ ਕਬਹੂ ਮਰਤੇ ਪਾਰ ਬ੍ਰਹਮ ਸੰਗਾਰੀ ਰੇ। ਭਗਤ ਕਬੀਰ ਜੀ ਕਹਿੰਦੇ ਕਿ ਹਰ ਕੇ ਸੇਵਕ ਜੋ ਹਰ ਭਾਏ, ਜਿਹੜੇ ਹਰੀ ਪਰਮੇਸ਼ਵਰ ਦੇ ਸੇਵਕ ਪਰਮੇਸ਼ਵਰ ਨੂੰ ਭਾ ਜਾਂਦੇ ਹਨ ਨਾ, ਤੇ ਉਹਨਾਂ ਦੀ ਕਥਾ ਕਹਾਣੀ ਦੁਨੀਆ ਦੇ ਨਾਲੋਂ ਵੱਖਰੀ ਹੈ। ਉਹਨਾਂ ਦਾ ਸਰੀਰ ਤਿਆਗਣਾ ਦੁਨੀਆ ਦੇ ਨਾਲੋਂ ਵੱਖਰਾ ਹੈ, ਕਿਉਂਕਿ ਉਹਨਾਂ ਦੇ ਹੱਥ ਦੇ ਵਿੱਚ ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਕਾਲ ਨਾਮ ਹੈ ਮੌਤ ਦਾ, ਮੌਤ ਦੇ ਉੱਪਰ ਫਤਿਹ ਪ੍ਰਾਪਤ ਕਰ ਲੈਂਦੇ ਆ, ਜਿੱਤ ਪ੍ਰਾਪਤ ਕਰ ਲੈਂਦੇ ਹਨ। ਮੌਤ ਉਹਨਾਂ ਦੇ ਆਪਣੀ ਮੁੱਠੀ ਦੇ ਵਿੱਚ ਹੁੰਦੀ ਆ, ਜਦੋਂ ਚਾਹਣ ਆਪਣੇ ਸਰੀਰ ਦਾ ਪਰਿਤਿਆਗ ਕਰਦੇ ਹਨ, ਜਦੋਂ ਚਾਹਣ ਜਿੰਨਾ ਚਿਰ ਚਾਹਣ ਇਸ ਦੁਨੀਆ 'ਤੇ ਅਸਥੂਲ ਸਰੀਰ ਨੂੰ ਵੀ ਰੱਖ ਸਕਦੇ ਹਨ। ਇਸੇ ਤਰ੍ਹਾਂ ਦੀ ਵਿਚਾਰ ਧੰਨ ਧੰਨ ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ ਹੋਤੀ ਮਰਦਾਨ ਵਾਲੇ, ਜਦ ਉਹਨਾਂ ਨੇ ਦੇਖਿਆ ਕਿ ਹੁਣ ਸਾਡਾ ਜ਼ਿੰਦਗੀ ਦਾ ਜਿੰਨਾ ਕੁ ਸਮਾਂ ਸੀ ਉਹ ਪੂਰਾ ਹੋ ਚੁੱਕਿਆ ਹੈ, ਤਾਂ ਬਹੁਤ ਸਾਰੀਆਂ ਸਿੱਖ ਸੰਗਤਾਂ ਪ੍ਰੇਮ ਵਾਲੀਆਂ ਸੰਤ ਮਹਾਰਾਜ ਜੀਆਂ ਦੇ ਚਰਨਾਂ ਵਿੱਚ ਹਰ ਰੋਜ਼ ਜੁੜਿਆ ਕਰਦੀਆਂ ਸਨ। ਤਾਂ ਉਹਨਾਂ ਹੀ ਪਿਆਰ ਵਾਲੀਆਂ ਸਿੱਖ ਸੰਗਤਾਂ ਦੇ ਵਿੱਚ ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ ਜੀਆਂ ਨੇ ਬਚਨ ਕੀਤਾ ਕਿ ਭਾਈ, ਇਹ ਸੰਸਾਰ ਦੀ ਜੋ ਰਚਨਾ ਹੈ ਇਹ ਇਸ ਤਰ੍ਹਾਂ ਹੈ ਕਿ ਜੋ ਇਸ ਦੁਨੀਆ ਦੇ ਵਿੱਚ ਆਇਆ ਹੈ ਉਸ ਨੂੰ ਜਾਣਾ ਪੈਂਦਾ ਹੈ। ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ, ਨਾਨਕ ਹਰਿ ਗੁਣ ਗਾਏ ਲੈ ਛਾੜ ਸਗਲ ਜੰਜਾਲ। ਜੋ ਪੈਦਾ ਹੋਇਆ ਹੈ ਉਹ ਬਿਨਸ ਜਾਵੇਗਾ, ਜੋ ਆਇਆ ਹੈ ਉਸ ਨੂੰ ਜਾਣਾ ਪਵੇਗਾ। ਤਾਂ ਸੰਤ ਜੀ ਮਹਾਰਾਜ ਜੀਆਂ ਨੇ ਦੱਸਿਆ ਕਿ ਸਾਡਾ ਵੀ ਹੁਣ ਸਮਾਂ ਆ ਚੁੱਕਿਆ ਹੈ, ਕੇਵਲ ਸਾਡੇ ਜ਼ਿੰਦਗੀ ਦੇ 8 ਦਿਨ ਬਾਕੀ ਹਨ। ਅੱਜ ਤੋਂ 8ਵੇਂ ਨੂੰ ਅਸੀਂ ਆਪਣੇ ਪੰਜ ਭੂਤਕ ਚੋਲੇ ਦਾ ਤਿਆਗ ਕਰਕੇ ਇਸ ਮਾਤ ਲੋਕ ਤੋਂ ਚਲੇ ਜਾਣਾ ਹੈ। ਤਾਂ ਹੁਣ ਸਿੱਖ ਸੰਗਤਾਂ, ਬੜੇ ਪਿਆਰ ਵਾਲੀਆਂ ਸੰਗਤਾਂ, ਸੰਤ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਰਹਿਣ ਵਾਲੇ ਸੇਵਾਦਾਰ ਅਤੇ ਹੋਰ ਬਹੁਤ ਸਾਰੀਆਂ ਸਿੱਖ ਸੰਗਤਾਂ ਆਉਂਦੇ ਜਾਂਦੇ ਰਹਿੰਦੇ ਸਨ। ਇਹਨਾਂ ਨੇ ਜਦ ਸੰਤ ਮਹਾਰਾਜ ਜੀਆਂ ਦੀ ਰਸਨਾ ਤੋਂ ਇਸ ਤਰ੍ਹਾਂ ਦੇ ਵਚਨ ਸੁਣੇ ਤੇ ਸੰਗਤ ਬੜੇ ਹੀ ਬੈਰਾਗ ਦੇ ਵਿੱਚ ਆ ਜਾਂਦੀ ਹੈ, ਆਪਣੇ ਨੇਤਰਾਂ 'ਚੋਂ ਜਲ ਬਹਾਉਣ ਲੱਗ ਪੈਂਦੇ ਹਨ। ਜਦ ਸੰਤ ਜੀ ਮਹਾਰਾਜ ਜੀਆਂ ਦਾ ਜਾਣਾ ਸੁਣਿਆ ਤੇ ਸੰਗਤ ਦੇ ਹਿਰਦੇ ਦੇ ਵਿੱਚ ਬੜਾ ਖੇਦ ਹੋਇਆ, ਬੜਾ ਦੁੱਖ ਹੋਇਆ। ਸੰਗਤ ਨੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਕੁਝ ਕੁ ਸਮਾਂ ਹੋਰ ਦਰਸ਼ਨ ਬਖਸ਼ੋ, ਆਪ ਜੀਆਂ ਦਾ ਇਉਂ ਵਿਛੋੜਾ ਸਾਡੇ ਤੋਂ ਝੱਲਿਆ ਨਹੀਂ ਜਾਣਾ। ਤਾਂ ਫਿਰ ਸੰਤ ਮਹਾਰਾਜ ਕਹਿਣ ਲੱਗੇ ਵੀ ਇਹ ਤੇ ਦੁਨੀਆ ਦੀ, ਇਹ ਤੇ ਉਸ ਪਰਮੇਸ਼ਵਰ ਦੀ ਬਣਾਈ ਹੋਈ ਨੇਤ ਹੀ ਹੈ, ਇਸ ਨੂੰ ਕੋਈ ਟਾਲ ਨਹੀਂ ਸਕਦਾ ਕਿ ਜੋ ਆਇਆ ਹੈ ਉਸਨੇ ਜਾਣਾ ਹੀ ਹੈ। ਤਾਂ ਫਿਰ ਸੰਗਤ ਨੇ ਆਪ ਸਮੇਂ ਵਿਚਾਰ ਕਰਕੇ ਛੋਟੇ ਸੰਤ ਜੀ ਮਹਾਰਾਜ ਸੰਤ ਬਾਬਾ ਲਾਲ ਸਿੰਘ ਜੀਆਂ ਦੇ ਪਾਸ ਬੇਨਤੀ ਕੀਤੀ। ਸੰਗਤ ਨੇ ਆਪ ਸਮੇਂ ਵਿਚਾਰ ਕੀਤੀ, ਸੰਤ ਬਾਬਾ ਲਾਲ ਸਿੰਘ ਜੀਆਂ ਦੇ ਪਾਸ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਵੱਡੇ ਸੰਤ ਜੀ ਮਹਾਰਾਜ ਜੀਆਂ ਨੇ ਇਸ ਤਰ੍ਹਾਂ ਦੇ ਨਾਲ ਬਚਨ ਕਰ ਦਿੱਤੇ ਹਨ, ਤੇ ਆਪ ਜੀ ਜੇਕਰ ਬੇਨਤੀ ਕਰੋ ਕਿ ਕੁਝ ਕੁ ਸਮਾਂ ਹੋਰ ਦਰਸ਼ਨ ਦੇਵੋ ਤਾਂ ਜ਼ਰੂਰ ਸੰਤ ਜੀ ਮਹਾਰਾਜ ਆਪ ਜੀਆਂ ਦੀ ਬੇਨਤੀ, ਆਪ ਜੀਆਂ ਦਾ ਬਚਨ ਮੰਨ ਲੈਣਗੇ। ਕਿਉਂਕਿ ਅਸੀਂ ਇਹ ਵੀ ਦੇਖਿਆ ਹੈ ਕਿ ਆਪ ਜੀਆਂ ਦਾ ਬਚਨ ਜਾਂ ਆਪ ਜੀਆਂ ਦੀ ਬੇਨਤੀ ਕਦੇ ਵੀ ਵੱਡੇ ਸੰਤ ਜੀ ਮਹਾਰਾਜ ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ ਹੋਤੀ ਮਰਦਾਨ ਵਾਲੇ ਉਹ ਮੋੜਦੇ ਨਹੀਂ ਹਨ। ਤਾਂ ਸਾਰੀ ਸੰਗਤ ਦੇ ਨਾਲ ਵਿਚਾਰ ਹੋਈ, ਸੰਤ ਬਾਬਾ ਲਾਲ ਸਿੰਘ ਜੀ ਮਹਾਰਾਜ ਆਪ ਹੀ ਅੱਗੇ ਅੱਗੇ ਚੱਲੇ, ਪਿੱਛੇ ਬਹੁਤ ਸਾਰੀਆਂ ਸੰਗਤਾਂ। ਜਦ ਸੰਤ ਮਹਾਰਾਜ ਜੀਆਂ ਦੇ ਪਾਸ ਪਹੁੰਚੇ ਤੇ ਪਾਸ ਪਹੁੰਚ ਕੇ ਨਮਸਕਾਰ ਕੀਤੀ, ਮੱਥਾ ਟੇਕਿਆ ਅਤੇ ਬੇਨਤੀ ਕੀਤੀ, ਮਹਾਰਾਜ ਆਪ ਜੀਆਂ ਨੇ ਇਉਂ ਕਰਕੇ ਬਚਨ ਕੀਤਾ ਤੇ ਸਾਰੀ ਸੰਗਤ ਬੜੀ ਬੈਰਾਗ ਦੇ ਵਿੱਚ ਹੈ ਕਿ 8ਵੇਂ ਦਿਨ ਨੂੰ ਇਸ ਚੋਲੇ ਨੂੰ ਤਿਆਗ ਕੇ ਚਲੇ ਜਾਣਾ ਹੈ। ਸੰਗਤ ਬੜੇ ਬੈਰਾਗ ਦੇ ਵਿੱਚ ਹੈ, ਮਹਾਰਾਜ ਆਪ ਜੀ ਕਿਰਪਾ ਕਰੋ, ਕੁਝ ਕੁ ਸਮਾਂ ਹੋਰ ਦਰਸ਼ਨ ਬਖਸ਼ੋ, ਇਉਂ ਆਪ ਜੀਆਂ ਦਾ ਵਿਛੋੜਾ ਸੰਗਤ ਝੱਲ ਨਹੀਂ ਸਕੇਗੀ।
ਤਾਂ ਕੁਝ ਕੁ ਸਮਾਂ ਵਿਚਾਰ ਕਰਨ ਤੋਂ ਬਾਅਦ ਸੰਤ ਮਹਾਰਾਜ ਕਹਿਣ ਲੱਗੇ ਕਿ ਦੇਖੋ ਲਾਲ ਸਿੰਘ, ਸਾਡੇ ਇਸ ਸਰੀਰ ਦੇ ਕੁੱਲ 8 ਦਿਨ ਬਾਕੀ ਹਨ ਔਰ ਤੁਹਾਡੀ ਉਮਰ ਅਜੇ 2 ਸਾਲ ਅਤੇ 8 ਦਿਨ ਹੈ। ਔਰ ਜੇਕਰ ਇਸ ਸਰੀਰ ਨੂੰ ਜਾਣੇ ਸਾਨੂੰ ਰੱਖਣਾ ਚਾਹੁੰਦੇ ਹੋ ਤੇ ਸਾਡੀ ਜਗ੍ਹਾ ਤੇ ਤੁਸੀਂ ਚਲੇ ਜਾਓ। ਇਉਂ ਅਸੀਂ ਆਪਾਂ ਤਬਾਦਲਾ ਜਾਣੇ ਬਦਲਾਵ ਕਰ ਲੈਂਦੇ ਹਾਂ, ਬਦਲ ਲੈਂਦੇ ਹਾਂ ਕਿ ਸਾਡੀ ਜਗ੍ਹਾ ਤੇ ਤੁਸੀਂ ਚਲੇ ਜਾਓ, ਤੁਹਾਡੀ ਜਗ੍ਹਾ, ਤੁਹਾਡੀ ਉਮਰ 2 ਸਾਲ ਅਤੇ 8 ਦਿਨ ਬਾਕੀ ਹੈ, ਤੁਹਾਡੀ ਜਗ੍ਹਾ ਤੇ ਅਸੀਂ ਬਾਅਦ ਦੇ ਵਿੱਚ ਆ ਜਾਵਾਂਗੇ। ਉਹਨਾਂ ਬੇਨਤੀ ਕੀਤੀ, ਸਤ ਵਚਨ ਜੀ ਆਪ ਜੀ ਇਸੇ ਤਰ੍ਹਾਂ ਕਰੋ, ਸੰਗਤਾਂ ਨੂੰ ਹੋਰ ਦਰਸ਼ਨ ਦੇਵੋ ਅਤੇ ਅਸੀਂ ਜਾਂਦੇ ਹਾਂ। ਤਾਂ ਕੀ ਹੋਇਆ ਕਿ ਜਦ 8 ਦਿਨਾਂ ਦਾ ਸਮਾਂ ਹੋਇਆ, 8ਵੇਂ ਦਿਨ ਸੰਤ ਬਾਬਾ ਲਾਲ ਸਿੰਘ ਜੀ ਸੰਗਤਾਂ ਦੇ ਵਿੱਚ ਸੇਵਾ ਕਰ ਰਹੇ ਹਨ, ਲੰਗਰ ਦੇ ਵਿੱਚ ਸੇਵਾ ਕਰ ਰਹੇ ਹਨ। ਲੰਗਰ ਦੇ ਵਿੱਚ ਸਾਰਾ ਦਿਨ ਸੇਵਾ ਕਰਨ ਤੋਂ ਬਾਅਦ ਆਪ ਸੰਗਤ ਤੋਂ ਇੱਕ ਪਾਸੇ ਅਲੱਗਾ ਹੋ ਕੇ ਇੱਕ ਧਰਤੀ ਤੇ ਹੀ ਇੱਕ ਵਸਤਰ ਵਿਛਾ ਕੇ ਇੱਕ ਵਸਤਰ ਉੱਪਰ ਲੈ ਲੈਂਦੇ ਹਨ, ਇਉਂ ਲੇਟ ਜਾਂਦੇ ਹਨ ਅਤੇ ਆਪਣੇ ਪੰਜ ਭੌਤਿਕ ਸਰੀਰ ਨੂੰ ਇਉਂ ਤਿਆਗ ਜਾਂਦੇ ਹਨ ਜਿਸ ਤਰ੍ਹਾਂ ਸੱਪ ਆਪਣੀ ਕੁੰਜ ਨੂੰ ਤਿਆਗ ਕੇ ਛੱਡ ਕੇ ਬੜੇ ਆਰਾਮ ਦੇ ਨਾਲ ਅੱਗੇ ਨਿਕਲ ਜਾਂਦਾ ਹੈ। ਤਾਂ ਕਹਿਣ ਤੋਂ ਭਾਵ ਕਿ ਫਿਰ ਉਸ ਦਿਨ ਤੋਂ ਬਾਅਦ ਸੰਤ ਮਹਾਰਾਜ ਸੰਤ ਕਰਮ ਸਿੰਘ ਜੀ ਮਹਾਰਾਜ ਹੋਤੀ ਮਰਦਾਨ ਵਾਲੇ 2 ਸਾਲ ਹੋਰ ਸਰੀਰ ਕਰਕੇ ਰਹੇ ਸੰਗਤਾਂ ਦੇ ਵਿੱਚ, ਕਿਉਂਕਿ ਆਉਣਾ ਅਤੇ ਜਾਣਾ ਉਹਨਾਂ ਮਹਾਂਪੁਰਖਾਂ ਦੇ ਆਪਣੇ ਹੱਥ ਦੇ ਵਿੱਚ ਹੋ ਜਾਂਦਾ ਹੈ, ਸਰੀਰ ਨੂੰ ਤਿਆਗਣਾ ਆਪਣੇ ਹੱਥ ਦੇ ਵਿੱਚ ਹੁੰਦਾ ਹੈ। ਇਸੇ ਤਰ੍ਹਾਂ ਹੀ ਸੰਤ ਬਾਬਾ ਖੁਦਾ ਸਿੰਘ ਜੀ ਮਹਾਰਾਜ ਹੋਏ ਹਨ, ਇਸੇ ਸੰਪਰਦਾ ਦੇ ਵਿੱਚ ਹੋਏ ਹਨ। ਜੋ ਰਾੜਾ ਸਾਹਿਬ ਦੀ ਇਹ ਸੰਪਰਦਾ ਚੱਲੀ ਹੈ ਨਾ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਭਾਈ ਦਇਆ ਸਿੰਘ ਜੀ ਜੋ 5 ਪਿਆਰਿਆਂ ਦੇ ਮੁਖੀ ਹੋਏ ਹਨ, ਉਹਨਾਂ ਤੋਂ ਸੰਪਰਦਾ ਚੱਲੀ ਹੈ। ਇਸੇ ਸੰਪਰਦਾ ਦੇ ਮਹਾਂਪੁਰਖ ਹੋਏ ਹਨ ਧੰਨ ਧੰਨ ਸੰਤ ਬਾਬਾ ਵੀਰ ਸਿੰਘ ਜੀ ਮਹਾਰਾਜ ਨੌਰੰਗਾਬਾਦ ਵਾਲੇ। ਇਹਨਾਂ ਦੇ ਸੇਵਕ ਹੋਏ ਹਨ ਬਾਬਾ ਖੁਦਾ ਸਿੰਘ ਜੀ ਮਹਾਰਾਜ, ਜੋ ਲਾਹੌਰ ਦੇ ਵਿੱਚ ਇਹਨਾਂ ਦੀ ਧਰਮਸ਼ਾਲਾ ਬਣੀ ਹੋਈ ਸੀ, ਜ਼ਿਆਦਾਤਰ ਉੱਥੇ ਹੀ ਆਪਣਾ ਨਿਵਾਸ ਰੱਖਦੇ ਸਨ। ਤਾਂ ਇੱਕ ਦਿਨ ਦੀ ਵਿਚਾਰ ਕਿ ਬਾਬਾ ਖੁਦਾ ਸਿੰਘ ਜੀ ਮਹਾਰਾਜ ਅੰਮ੍ਰਿਤਸਰ ਠਹਿਰੇ ਹੋਏ ਹਨ, ਉੱਥੇ ਕਿਸੇ ਪ੍ਰੇਮੀ ਦਾ ਅੰਤ ਦਾ ਸਮਾਂ ਆਇਆ ਅਤੇ ਉਹ ਅੰਤ ਦੇ ਸਮੇਂ ਸਰੀਰ ਛੱਡਣ ਦੇ, ਸਰੀਰ ਤਿਆਗਣ ਦੇ ਸਮੇਂ ਬੜਾ ਦੁੱਖ, ਬੜਾ ਕਸ਼ਟ ਮਹਿਸੂਸ ਕਰ ਰਿਹਾ ਹੈ। ਜਦ ਬੜਾ ਕਸ਼ਟ ਮਹਿਸੂਸ ਕਰ ਰਿਹਾ, ਉਹਦੇ ਸਾਕ ਸੰਬੰਧੀ ਬਹੁਤ ਸਾਰੇ ਉਹ ਵੀ ਪਾਸ ਹਨ, ਬਾਬਾ ਖੁਦਾ ਸਿੰਘ ਜੀ ਵੀ ਪਾਸ ਹਨ, ਅਤੇ ਬੜੀ ਤਕਲੀਫ, ਬੜਾ ਦੁੱਖ ਉਸ ਪ੍ਰਾਣੀ ਨੂੰ ਹੋ ਰਿਹਾ ਹੈ। ਉਹ ਹਾਏ ਹਾਏ ਆਦ ਕਰ ਰਿਹਾ ਹੈ। ਤਾਂ ਬਾਬਾ ਖੁਦਾ ਸਿੰਘ ਜੀ ਮਹਾਰਾਜ ਖੁੱਲ੍ਹੇ ਡੁੱਲੇ ਸੁਭਾਅ ਦੇ ਤੇ ਹੈ ਹੀ ਸਨ। ਆਪਣੇ ਖੁੱਲ੍ਹੇ ਡੁੱਲੇ ਸੁਭਾਅ ਦੇ ਮੁਤਾਬਕ ਹੀ ਕਹਿਣ ਲੱਗੇ ਕਿ ਕਿਉਂ ਚੂੰ ਚੂੰ ਲਾਈ ਹੈ, ਇਸ ਖੱਲੜ ਨੂੰ ਛੱਡ ਕੇ ਪਰੇ ਹੋ ਜਾ। ਜਦ ਇਸ ਤਰ੍ਹਾਂ ਦੇ ਨਾਲ ਕਿਹਾ ਤਾਂ ਉਹਨਾਂ ਦਾ ਹੀ ਕੋਈ ਸੰਬੰਧੀ, ਕੋਈ ਹਿਤੂ ਪਾਸ ਹੀ ਖੜਾ ਸੀ। ਉਸ ਤੋਂ ਇਹੋ ਜਿਹੇ ਸਮੇਂ ਇਹੋ ਜਿਹੇ ਵਚਨ ਕਹੇ ਬਰਦਾਸ਼ਤ ਨਾ ਹੋ ਸਕੇ। ਉਹ ਕਹਿਣ ਲੱਗਿਆ, ਜਦੋਂ ਤੁਸੀਂ ਚੂੰ ਚੂੰ ਨਹੀਂ ਕਰੋਗੇ ਤੁਹਾਨੂੰ ਦੇਖ ਲਾਂਗੇ। ਤਾਂ ਉਸ ਸਮੇਂ ਬਾਬਾ ਖੁਦਾ ਸਿੰਘ ਜੀ ਮਹਾਰਾਜ ਕਹਿਣ ਲੱਗੇ, ਕੋਈ ਗੱਲ ਨਹੀਂ, ਤੇਰੇ ਨਾਲ ਵਾਅਦਾ ਹੋਇਆ ਕਿ ਜਿਸ ਸਮੇਂ ਮੈਂ ਆਪਣੇ ਸਰੀਰ ਦਾ ਤਿਆਗ ਕਰਾਂਗਾ, ਸਰੀਰ ਛੱਡਾਂਗਾ, ਤੈਨੂੰ ਜ਼ਰੂਰ ਬੁਲਾਵਾਂਗਾ। ਸਮਾਂ ਆਇਆ ਜਦ ਉਹ ਪ੍ਰਾਣੀ ਤੇ ਉਸੇ ਟਾਈਮ ਆਪਣੇ ਸਰੀਰ ਨੂੰ ਤਿਆਗ ਗਿਆ ਸੀ, ਜਦ ਸੰਤ ਮਹਾਰਾਜ ਜੀਆਂ ਨੇ ਬਚਨ ਕਰ ਦਿੱਤੇ ਸਨ। ਤਾਂ ਜਦ ਸਮਾਂ ਆਇਆ ਕਿ ਸੰਤ ਮਹਾਰਾਜ ਜੀਆਂ ਨੇ ਆਪਣੇ ਪੰਜ ਭੌਤਿਕ ਸਰੀਰ ਦਾ ਤਿਆਗ ਕਰਨਾ ਸੀ, ਲਾਹੌਰ ਦੇ ਵਿੱਚ ਸੰਤ ਬਾਬਾ ਖੁਦਾ ਸਿੰਘ ਜੀਆਂ ਦੀ ਧਰਮਸ਼ਾਲਾ ਬਣੀ ਹੋਈ ਸੀ। ਇਸ ਸਥਾਨ 'ਤੇ ਅੰਮ੍ਰਿਤ ਵੇਲੇ ਦੀ ਆਸਾ ਜੀ ਦੀ ਵਾਰ ਦੇ ਕੀਰਤਨ ਤੋਂ ਬਾਅਦ ਸੰਤ ਮਹਾਰਾਜ ਜੀਆਂ ਦੀ ਕੁਰਸੀ ਲੱਗਦੀ ਹੈ। ਬੜੀਆਂ ਸਿੱਖ ਸੰਗਤਾਂ ਚਰਨਾਂ ਦੇ ਵਿੱਚ ਸੁਭਾਏਮਾਨ ਹਨ। ਇੱਕ ਸੇਵਕ ਨੂੰ ਭੇਜ ਕੇ ਅੰਮ੍ਰਿਤਸਰ ਭੇਜ ਦਿੰਦੇ ਹੈ ਕਿ ਫਲਾਣੇ ਪ੍ਰਾਣੀ ਨੂੰ ਬੁਲਾ ਕੇ ਸਾਡੇ ਪਾਸ ਲੈ ਕੇ ਆਓ। ਜਦ ਉਹ ਗੁਰਸਿੱਖ ਜਾਂਦਾ ਹੈ, ਜਾ ਕੇ ਬੁਲਾ ਕੇ ਲੈ ਆਉਂਦਾ ਹੈ, ਉਸਨੇ ਆ ਕੇ ਚਰਨਾਂ 'ਤੇ ਨਮਸਕਾਰ ਕੀਤੀ। ਬਾਬਾ ਖੁਦਾ ਸਿੰਘ ਜੀ ਮਹਾਰਾਜ ਕਹਿਣ ਲੱਗੇ ਕਿ ਭਾਈ
ਹੁਣ ਸਾਡਾ ਅੰਤ ਦਾ ਸਮਾਂ ਹੈ, ਸਰੀਰ ਤਿਆਗਣ ਦਾ ਸਮਾਂ ਹੈ। ਤੂੰ ਦੱਸ ਕਿ ਅਸੀਂ ਕਿਵੇਂ ਆਪਣੇ ਸਰੀਰ ਨੂੰ ਤਿਆਗੀਏ। ਜੇ ਤੂੰ ਕਹਿੰਦਾ ਹੈ ਤੇ ਅਸੀਂ ਆਪਣੀਆਂ ਅੱਖਾਂ ਦੇ ਵਿੱਚੋਂ ਪ੍ਰਾਣ ਕੱਢ ਦਈਏ, ਨਾਸਕਾਂ ਦੇ ਵਿੱਚੋਂ ਜਾਂ ਮੂੰਹ ਰਾਹੀਂ ਪ੍ਰਾਣ ਕੱਢ ਕੇ ਸਰੀਰ ਦਾ ਤਿਆਗ ਕਰ ਦਈਏ। ਤੇਰੇ ਕਹਿਣ ਦੇ ਮੁਤਾਬਕ ਜੇ ਤੂੰ ਕਹਿੰਦਾ ਹੈ ਤੇ ਅਸੀਂ ਆਪਣੇ ਦਸਮ ਦੁਆਰ ਦੁਆਰਾ ਆਪਣੇ ਪ੍ਰਾਣਾਂ ਨੂੰ ਕੱਢ ਕੇ ਇਸ ਸਰੀਰ ਦਾ ਤਿਆਗ ਕਰ ਦਈਏ। ਉਹ ਬੜਾ ਹੈਰਾਨ ਹੋਇਆ। ਉਸਨੇ ਬੇਨਤੀ ਕੀਤੀ, ਮਹਾਰਾਜ ਕੀ ਗੱਲ ਹੋਈ, ਕੀ ਵਾਰਤਾ? ਤਾਂ ਜਦ ਇਸ ਤਰ੍ਹਾਂ ਕਿਹਾ ਤੇ ਯਾਦ ਕਰਾਇਆ, ਸੰਤ ਬਾਬਾ ਖੁਦਾ ਸਿੰਘ ਜੀ ਮਹਾਰਾਜ ਕਹਿਣ ਲੱਗੇ, ਫਲਾਣੇ ਦਿਨ ਫਲਾਣੇ ਟਾਈਮ 'ਤੇ ਅਸੀਂ ਤੇਰੇ ਨਾਲ ਵਾਅਦਾ ਕੀਤਾ ਸੀ। ਤੂੰ ਕਿਹਾ ਸੀ ਕਿ ਜਦੋਂ ਤੁਸੀਂ ਚੂੰ ਨਹੀਂ ਕਰੋਗੇ, ਜਾਣੇ ਸਰੀਰ ਛੱਡਣ ਦੇ ਵੇਲੇ ਔਖੇ ਨਹੀਂ ਹੋਵੋਗੇ। ਤਾਂ ਕਹਿਣ ਲੱਗਿਆ ਤੁਹਾਨੂੰ ਦੇਖ ਲਵਾਂਗੇ। ਸੰਤ ਮਹਾਰਾਜ ਕਹਿੰਦੇ ਅੱਜ ਸਾਡਾ ਸਮਾਂ ਹੈ, ਅਸੀਂ ਆਪਣੇ ਪੰਜ ਭੂਤ ਕਚੋਲੇ ਦਾ ਹੁਣ ਤਿਆਗ ਕਰਨਾ ਹੈ। ਤੂੰ ਦੱਸ ਕਿ ਅੱਖਾਂ ਰਾਹੀਂ ਪ੍ਰਾਣ ਕੱਢ ਦਈਏ, ਨਾਸਕਾ ਰਾਹੀਂ, ਮੂੰਹ ਰਾਹੀਂ, ਜਾਂ ਦਸਮ ਦੁਆਰ ਰਾਹੀਂ ਆਪਣੇ ਪ੍ਰਾਣ ਕੱਢ ਦਈਏ। ਉਸ ਨੇ ਸੰਤ ਮਹਾਰਾਜ ਜੀਆਂ ਦੇ ਚਰਨ ਪਕੜੇ, ਮਹਾਰਾਜ ਬਖਸ਼ੋ ਬਖਸ਼ੋ, ਮੈਨੂੰ ਮਾਫ ਕਰ ਦਿਓ। ਉਸ ਸਮੇਂ ਮੇਰਾ ਹਿਤੂ, ਮੇਰਾ ਸੰਬੰਧੀ ਚੜ੍ਹਾਈ ਕਰਨ ਲੱਗਿਆ ਸੀ। ਆਪ ਜੀਆਂ ਦੇ ਕਹੇ ਹੋਏ ਬਚਨ ਮੈਂ ਬਰਦਾਸ਼ਤ ਨਾ ਕਰ ਸਕਿਆ। ਮੇਰੇ ਤੋਂ ਇਉਂ ਕਿਹਾ ਗਿਆ, ਮੈਨੂੰ ਬਖਸ਼ ਲਓ, ਮੈਨੂੰ ਮਾਫ ਕਰ ਦੇਵੋ। ਉਸ ਸਮੇਂ ਗੱਲ ਬਰਦਾਸ਼ਤ ਨਾ ਹੋ ਸਕੀ, ਮੇਰੇ ਤੋਂ ਇਹ ਬਚਨ ਕਹੇ ਗਏ। ਤਾਂ ਫਿਰ ਸੰਤ ਮਹਾਰਾਜ ਕਹਿਣ ਲੱਗੇ, ਹੋਰ ਕੋਈ ਗੱਲ ਨਹੀਂ ਹੈ, ਅਸੀਂ ਤੇ ਸਰੀਰ ਨੂੰ ਤਿਆਗ ਕੇ ਜਾਣਾ ਹੀ ਹੈ। ਸਾਡੇ ਮਨ ਦੇ ਵਿੱਚ ਤੇਰੇ ਕਹਿਣ ਦੀ ਕੋਈ ਨਾਰਾਜ਼ਗੀ ਨਹੀਂ ਹੈ। ਇਹ ਤੇ ਤੇਰੇ ਨਾਲ ਵਾਅਦਾ ਕੀਤਾ ਸੀ ਨਾ ਕਿ ਜਦ ਸਰੀਰ ਨੂੰ ਤਿਆਗਾਂਗੇ ਤੈਨੂੰ ਜ਼ਰੂਰ ਬੁਲਾਵਾਂਗੇ, ਇਸ ਕਰਕੇ ਕਹਿ ਰਹੇ ਹਾਂ, ਤੇ ਹੋਰ ਤੇ ਕੋਈ ਗੱਲ ਨਹੀਂ ਹੈ। ਤਾਂ ਆਖਰਕਾਰ ਉਸ ਪ੍ਰੇਮੀ ਨੇ ਤੇ ਇਹੀ ਬੇਨਤੀ ਕੀਤੀ ਕਿ ਮੈਨੂੰ ਬਖਸ਼ ਲਵੋ, ਮਾਫ ਕਰ ਦੇਵੋ। ਆਪਣੇ ਵੱਲੋਂ ਕੋਈ ਉੱਤਰ ਨਹੀਂ ਦਿੱਤਾ ਉਸ ਵਿਚਾਰ ਦਾ ਜੋ ਸੰਤ ਮਹਾਰਾਜ ਜੀਆਂ ਨੇ ਪੁੱਛੀ ਸੀ। ਤਾਂ ਫਿਰ ਕੀ ਹੋਇਆ, ਉੱਥੇ ਬੈਠਿਆਂ ਹੀ ਸੁਖੈਨ ਹੀ ਇੱਕ ਛਿੰਦੇ ਵਿੱਚ ਹੀ ਸੰਤ ਬਾਬਾ ਖੁਦਾ ਸਿੰਘ ਜੀ ਮਹਾਰਾਜ ਆਪਣੇ ਪੰਜ ਭੌਤਿਕ ਸਰੀਰ ਨੂੰ ਤਿਆਗ ਕੇ ਉਸ ਬੈਕੁੰਠ ਧਾਮਾਂ ਸੱਚਖੰਡ ਨੂੰ ਚਲੇ ਜਾਂਦੇ ਹਨ। ਹਰ ਕੇ ਸੇਵਕ ਜੋ ਹਰ ਭਾਏ, ਤਿਨ ਕੀ ਕਥਾ ਨਿਰਾਰੀ ਰੇ। ਰੱਬ ਦੇ ਪਿਆਰਿਆਂ ਦੀ ਕਥਾ ਕਹਾਣੀ ਵੱਖਰੀ ਹੋਇਆ ਕਰਦੀ ਹੈ। ਵੱਡੇ ਸੰਤ ਜੀ ਮਹਾਰਾਜ, ਧੰਨ ਧੰਨ ਸੰਤ ਬਾਬਾ ਈਸਰ ਸਿੰਘ ਜੀ ਮਹਾਰਾਜ, ਜਿਸ ਟਾਈਮ ਇਸ ਰਾੜਾ ਸਾਹਿਬ ਦੀ ਧਰਤੀ ਤੋਂ ਲਾਸਟ ਦੇ ਸਮੇਂ ਇੰਗਲੈਂਡ ਨੂੰ ਜਾਣ ਦੇ ਲਈ ਤਿਆਰੀ ਕਰਦੇ ਹਨ ਨਾ, ਤੇ ਉਸ ਟਾਈਮ ਛੋਟੇ ਸੰਤ ਜੀ ਮਹਾਰਾਜ, ਧੰਨ ਧੰਨ ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਪਾਸ ਪਹੁੰਚਦੀ ਹੈ, ਕੋਲ ਆਉਂਦੇ ਹੈ, ਆ ਕੇ ਬੇਨਤੀ ਕਰਦੇ ਆ, ਮਹਾਰਾਜ ਪਹਿਲੇ ਤੁਸੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਦੀਵਾਨਾਂ ਦੇ ਵਾਸਤੇ, ਸਤਸੰਗਤ ਦੇ ਵਾਸਤੇ, ਸੰਗਤ ਦੇ ਪ੍ਰੇਮ ਦੇ ਵਜੇ ਹੋਏ ਜ਼ਰੂਰ ਜਾਂਦੇ ਰਹੇ ਹੋ, ਅਤੇ ਅਸੀਂ ਕਦੇ ਤੁਹਾਨੂੰ ਰੋਕਿਆ ਵੀ ਨਹੀਂ ਕਿ ਤੁਸੀਂ ਨਾ ਜਾਵੋ। ਪਰ ਕਹਿਣ ਲੱਗੇ, ਇਸ ਵਾਰ ਸਾਡਾ ਚਿੱਤ ਨਹੀਂ ਕਰਦਾ ਕਿ ਤੁਸੀਂ ਸਾਡੇ ਤੋਂ ਦੂਰ ਚਲੇ ਜਾਵੋ। ਤਾਂ ਬੇਨਤੀ ਕੀਤੀ, ਮਹਾਰਾਜ ਇਸ ਵਾਰ ਤੁਸੀਂ ਨਾ ਜਾਵੋ। ਤਾਂ ਉਸ ਸਮੇਂ ਵੱਡੇ ਸੰਤ ਜੀ ਮਹਾਰਾਜ, ਧੰਨ ਧੰਨ ਸੰਤ ਬਾਬਾ ਈਸਰ ਸਿੰਘ ਜੀ ਮਹਾਰਾਜ ਕਹਿਣ ਲੱਗੇ ਕਿ ਦੇਖੋ, ਪਿਛਲੇ ਸਾਲ ਅਸੀਂ ਇੰਗਲੈਂਡ ਉੱਥੇ ਦੀ ਸੰਗਤ ਦੇ ਨਾਲ ਬਚਨ ਕਰ ਆਏ ਸੀ ਕਿ ਅਗਲੇ ਸਾਲ ਇੱਥੇ ਫਿਰ ਇਉਂ ਹੀ ਦੀਵਾਨ ਸਜਾਏ ਜਾਣਗੇ, ਤੇ ਉਹਨਾਂ ਵਚਨਾਂ ਦੇ ਅਨੁਸਾਰ ਸਾਨੂੰ ਜ਼ਰੂਰ ਜਾਣਾ ਪਵੇਗਾ। ਔਰ ਇਸ ਵਾਰ ਜਾਵਾਂਗੇ, ਅਗਲੀ ਵਾਰ ਫਿਰ ਦੁਬਾਰਾ ਨਹੀਂ ਜਾਵਾਂਗੇ, ਕਿਉਂਕਿ ਪਤਾ ਤੇ ਸੀ ਹੀ ਨਾ ਕਿ ਉੱਥੇ ਜਾ ਕੇ ਪੰਜ ਭੌਤਿਕ ਚੋਲੇ ਦਾ ਤਿਆਗ ਕਰ ਦੇਣਾ ਹੈ। ਛੋਟੇ ਸੰਤ ਜੀ ਮਹਾਰਾਜ ਵੀ ਸਭ ਕੁਝ ਜਾਣੀ ਜਾਣ ਸਨ, ਇਸੇ ਕਰਕੇ ਬੇਨਤੀ ਕੀਤੀ ਸੀ ਨਾ ਕਿ ਹੁਣ ਸਾਡਾ ਦਿਲ ਨਹੀਂ ਕਰਦਾ ਕਿ ਤੁਸੀਂ ਜਾਵੋ। ਪਰ ਵੱਡੇ ਸੰਤ ਜੀ ਮਹਾਰਾਜ ਜੀਆਂ ਨੇ ਇਸ ਤਰ੍ਹਾਂ ਕਹਿ ਕੇ ਕਿ ਸੰਗਤ ਦੇ ਨਾਲ ਬਚਨ ਕੀਤਾ ਸੀ ਤੇ ਸਾਨੂੰ ਜਾਣਾ ਹੀ ਪਵੇਗਾ। ਤਾਂ ਜਦ ਇੰਗਲੈਂਡ ਪਹੁੰਚਦੇ ਹਨ, ਉੱਥੇ ਦੀਵਾਨ ਆਰੰਭ ਹੁੰਦੇ ਹਨ, ਤੇ ਦੀਵਾਨਾਂ ਦੇ ਵਿੱਚ ਬੈਰਾਗਮਈ ਬਚਨ ਉਸੇ ਟਾਈਮ ਸ਼ੁਰੂ ਕਰ ਦਿੱਤੇ। ਆਪਣੇ ਪਿਆਰ ਵਾਲੀਆਂ ਸੰਗਤਾਂ ਨੂੰ ਇਸ਼ਾਰਾ ਕਰਕੇ ਦੱਸਦੇ ਸੀ ਕਿ ਸਾਡਾ ਇਹ ਪੰਜ ਭੌਤਿਕ ਚੋਲਾ ਇਹ ਹੁਣ ਪੁਰਾਣਾ ਹੋ ਚੁੱਕਿਆ ਹੈ। ਇਸ ਤਰ੍ਹਾਂ ਦੇ ਸ਼ਬਦ ਪੜ੍ਹਦੇ, ਧਨ ਜੋਬਨ ਯਾਰ ਫੁੱਲੜਾ, ਨਾਠੀ ਅੜੇ ਦਿਨ ਚਾਰ, ਪੱਬਣ ਕੇਰੇ ਪਤ ਜਿਉਂ ਢਲ ਢੁਲ ਜੁਮਨ ਹਾਰ, ਰੰਗ ਮਾਨ ਲੈ ਪਿਆਰਿਆ ਜਿਉਂ ਜੋਬਨ ਨੌ ਹੁੱਲਾ,
ਦਿਨ ਥੋੜੜੇ ਥੱਕੇ ਭਇਆ ਪੁਰਾਣਾ ਚੋਲਾ, ਕਿ ਸਾਡਾ ਤੇ ਇਹ ਚੋਲਾ ਸਰੀਰ ਰੂਪੀ ਚੋਲਾ ਬੜਾ ਪੁਰਾਣਾ ਹੋ ਚੁੱਕਿਆ ਹੈ, ਥੋੜ੍ਹੇ ਦਿਨ ਬਾਕੀ ਰਹਿ ਗਏ ਹਨ। ਤੇ ਜਦ ਸੰਗਤ ਦੇ ਨਾਲ ਬਚਨ ਵਿਲਾਸ ਹੁੰਦੇ ਦੀਵਾਨ ਤੋਂ ਬਾਅਦ ਫਿਰ ਵੀ ਸੰਤ ਜੀ ਮਹਾਰਾਜ ਇਸੇ ਤਰ੍ਹਾਂ ਦੇ ਬਚਨ ਸੰਗਤਾਂ ਨੂੰ ਸੁਣਾਉਂਦੇ, ਤੇ ਸੰਗਤ ਦੇ ਨਾਲ ਸੰਗਤ ਬੜੇ ਪਿਆਰ ਦੇ ਵਿੱਚ ਆ ਕੇ, ਵੈਰਾਗ ਦੇ ਵਿੱਚ ਆ ਕੇ ਪੁੱਛਦੀ ਕਿ ਮਹਾਰਾਜ ਤੁਹਾਡੇ ਇਸ਼ਾਰਿਆਂ ਤੋਂ ਸਾਨੂੰ ਇਉਂ ਪ੍ਰਤੀਤ ਹੋ ਰਿਹਾ ਹੈ ਕਿ ਤੁਸੀਂ ਆਪਣੇ ਪੰਜ ਭੂਤ ਕਚੋਲੇ ਨੂੰ ਤਿਆਗ ਕੇ ਜਾ ਰਹੇ ਹੋ। ਸੰਤ ਮਹਾਰਾਜ ਦੱਸਣ ਲੱਗੇ ਕਿ ਹਾਂ, ਸਮਾਂ ਆਉਣ 'ਤੇ ਸਭਨਾਂ ਨੂੰ ਜਾਣਾ ਹੀ ਪੈਂਦਾ ਹੈ। ਸੰਗਤ ਬੜੇ ਵੈਰਾਗ ਦੇ ਵਿੱਚ ਆ ਕੇ ਨੇਤਰਾਂ ਦੇ ਵਿੱਚ ਜਲ ਹੰਝੂ ਬਹਾਉਂਦੇ ਹੋਏ ਬੇਨਤੀ ਕਰਦੇ ਆ, ਸੱਚੇ ਪਾਤਸ਼ਾਹ ਆਪ ਜੀਆਂ ਤੋਂ ਬਿਨਾਂ ਸਾਡਾ ਕੀ ਬਣੇਗਾ। ਤਾਂ ਜਦ ਬੇਨਤੀਆਂ ਕਰਦੇ ਹਨ, ਸੰਤ ਜੀ ਮਹਾਰਾਜ ਫਿਰ ਟਾਲ ਦਿੰਦੇ ਹਨ ਕਿ ਅਸੀਂ ਤੇ ਸੁਭਾਵਕ ਹੀ ਕਹਿ ਦਿੱਤਾ। ਫਿਰ ਅਗਲੇ ਦਿਨ ਉਹੀ ਵਿਚਾਰਾਂ ਸ਼ੁਰੂ ਕਰ ਦਿੰਦੇ ਹਨ ਕਿ ਦੇਖੋ, ਜੇਕਰ ਕੋਈ ਪ੍ਰਾਣੀ ਇਸ ਦੇਸ਼ ਦੇ ਵਿੱਚ ਸਰੀਰ ਤਿਆਗ ਦੇਵੇ ਤੇ ਉਸ ਦੇ ਸਰੀਰ ਨੂੰ ਵਾਪਸ ਇੰਡੀਆ ਲੈ ਕੇ ਜਾਣਾ ਹੋਵੇ ਤੇ ਇੱਥੋਂ ਦੇ ਸਰਕਾਰ ਦੇ ਕੀ ਰੂਲ ਹਨ, ਕੀ ਅਸੂਲ ਹਨ। ਤਾਂ ਇਸ ਤਰ੍ਹਾਂ ਦੇ ਨਾਲ ਸੰਤ ਮਹਾਰਾਜ ਜੀ ਬਚਨ ਕਰਦੇ। ਤਾਂ ਬਹੁਤ ਸਾਰੇ ਬਚਨ ਐਸੇ ਵੀ ਕੀਤੇ ਕਿ ਦੇਖੋ, ਜੇਕਰ ਇੱਥੇ ਹੀ ਸਰੀਰ ਦਾ ਜਲ ਪ੍ਰਵਾਹ ਕਰਨਾ ਹੋਵੇ ਤੇ ਲੰਡਨ ਦੇ ਚਾਰੇ ਪਾਸੇ ਮਹਾਨ ਸਾਗਰ ਦੀ ਖਾਈ ਹੈ, ਇੱਥੇ ਵੀ ਜਲ ਪ੍ਰਵਾਹ ਹੋ ਸਕਦਾ ਹੈ। ਪਰ ਜੇਕਰ ਇੱਥੇ ਹੀ ਜਲ ਪ੍ਰਵਾਹ ਕਰ ਦਿੱਤਾ ਜਾਏ ਤੇ ਫਿਰ ਜੋ ਇੰਡੀਆ ਦੀ ਸੰਗਤ ਹੈ, ਬੜੇ ਪਿਆਰ ਵਾਲੀ ਸੰਗਤ ਆ, ਉਹ ਦਰਸ਼ਨਾਂ ਤੋਂ ਵਾਂਝੀ ਰਹਿ ਜਾਵੇਗੀ। ਤਾਂ ਇਸ ਤਰ੍ਹਾਂ ਦੇ ਨਾਲ ਸੰਗਤਾਂ ਦੇ ਨਾਲ ਬਚਨ ਵਿਲਾਸ ਹੁੰਦੇ ਤੇ ਦੀਵਾਨ ਦੇ ਵਿੱਚ ਇਹੋ ਜਿਹੀਆਂ ਵੈਰਾਗਮਈ ਧਾਰਨਾ ਪੜ੍ਹਦੇ, ਇਹੋ ਜਿਹੇ ਸ਼ਬਦ ਪੜ੍ਹਦੇ, ਨਦੀਆਂ ਬਹਾ ਬਿਛੁੰਨਿਆ ਮੇਲਾ ਸੰਜੋਗੀ ਰਾਮ, ਜੁਗ ਜੁਗ ਮੀਠਾ ਵਿਸ਼ ਭਰੇ ਕੋ ਜਾਣੈ ਜੋਗੀ ਰਾਮ, ਹੁਣ ਤੇ ਕਦੇ ਸਬੱਬਾਂ ਦੇ ਨਾਲ ਹੀ ਮੇਲ ਹੋਣਗੇ। ਤਾਂ ਜਦ ਇਸ ਤਰ੍ਹਾਂ ਦੇ ਨਾਲ ਬਹੁਤ ਸਾਰੇ ਇਸ਼ਾਰੇ ਆਪਣੇ ਜਾਣਦੇ ਸੰਤ ਮਹਾਰਾਜ ਜੀਆਂ ਨੇ ਪਹਿਲਾਂ ਹੀ ਕਰ ਦਿੱਤੇ, ਤਾਂ ਆਖਰਕਾਰ 26 ਅਗਸਤ 1975 ਜਿਸ ਵਕਤ ਸੰਤ ਜੀ ਮਹਾਰਾਜ ਜੀਆਂ ਨੇ ਜਿਸ ਦਿਨ ਆਪਣੇ ਸਰੀਰ ਦਾ ਪਰਿਤਿਆਗ ਕੀਤਾ, ਤਾਂ ਉਸ ਸਮੇਂ ਸਿੱਖ ਸੰਗਤਾਂ ਦੇ ਵਿੱਚ ਹਰ ਰੋਜ਼ ਰਾਤ ਦੇ ਸਮੇਂ 'ਤੇ ਦੀਵਾਨ ਸਜਾਇਆ। ਪਰ ਜੋ ਅਗਲਾ ਦਿਨ ਚੜ੍ਹਿਆ, ਅੰਮ੍ਰਿਤ ਵੇਲੇ ਇਸ਼ਨਾਨ ਪਾਣ ਕਰਕੇ ਆਤਮਿਕ ਆਨੰਦ ਦੇ ਵਿੱਚ ਸਮਾਧੀ ਦੇ ਵਿੱਚ ਜੁੜ ਜਾਂਦੇ ਹਨ। ਕਿੰਨਾ ਸਮਾਂ ਸਮਾਧੀ ਦੇ ਵਿੱਚ ਜੁੜਨ ਤੋਂ ਬਾਅਦ ਫਿਰ ਆਪਣੇ ਰੋਜ਼ ਦੇ ਨਿਯਮ ਦੇ ਅਨੁਸਾਰ ਸਮਾਧੀ ਤੋਂ ਉਥਾਨ ਹੋ ਕੇ ਚਾਹ ਆਦਿ ਛਕ ਲੈਂਦੇ ਸੀ। ਫਿਰ ਕੁਝ ਕੁ ਸਮਾਂ ਸਮਾਧੀ ਦੇ ਵਿੱਚ ਜੁੜੇ ਰਹਿੰਦੇ ਸੀ। ਫਿਰ 7 ਵਜੇ ਦਾ ਟਾਈਮ ਹੋ ਜਾਂਦਾ ਤੇ ਸੰਤ ਮਹਾਰਾਜ ਜੀ ਫਿਰ ਸੰਗਤ ਦੇ ਨਾਲ ਕੁਝ ਕੁ ਬਚਨ ਵਿਲਾਸ ਕਰਦੇ ਅਤੇ ਕੁਝ ਕੁ ਗ੍ਰੰਥ ਅਦਵੈਤ ਸਿਧਾਂਤ ਜਾਂ ਵੇਦਾਂਤ ਦੇ ਕੋਈ ਗ੍ਰੰਥ, ਕੋਈ ਪੋਥੀ ਇਹ ਸੇਵਕਾਂ ਦੇ ਪਾਸੋਂ ਸੁਣਿਆ ਕਰਦੇ ਸਨ। ਤੇ ਪਹਿਲੇ ਰੋਜ਼ ਦਾ ਨਿਯਮ ਇਹੀ ਸੀ। ਅੱਜ ਸੰਤ ਜੀ ਮਹਾਰਾਜ ਸਮਾਧੀ ਦੇ ਵਿੱਚ ਜੁੜੇ, ਸਮਾਧੀ ਤੋਂ ਉਥਾਨ ਹੋਏ ਤੇ ਇੱਕ ਕੱਪ ਚਾਹ ਦਾ ਛਕ ਲਿਆ ਹੈ, ਤਾਂ ਉਸ ਤੋਂ ਬਾਅਦ ਸਮਾਧੀ ਵਿੱਚ ਜੁੜੇ ਤੇ ਫਿਰ ਦੁਬਾਰਾ ਉੱਠੇ ਨਹੀਂ ਹਨ। ਤਾਂ ਹੁਣ ਪਿਆਰ ਵਾਲੇ ਗੁਰਮੁਖ ਸੇਵਾਦਾਰਾਂ ਨੇ ਦੇਖਣਾ ਕੀਤਾ ਕਿ ਅੱਜ ਸੰਤ ਜੀ ਮਹਾਰਾਜ ਨੂੰ ਕਿੰਨਾ ਸਮਾਂ ਹੋ ਗਿਆ। ਅੱਗੇ 7 ਵਜੇ ਉੱਠਦੇ, ਸੰਗਤ ਦੇ ਨਾਲ ਬਚਨ ਵਿਲਾਸ ਹੁੰਦੇ ਅਤੇ ਕੁਝ ਨਾ ਕੁਝ, ਕੋਈ ਨਾ ਕੋਈ ਗ੍ਰੰਥ ਅਦਵੈਤ ਸਿਧਾਂਤ ਜਾਂ ਵੇਦਾਂਤ ਦੇ ਗ੍ਰੰਥ ਸੁਣਿਆ ਕਰਦੇ ਸਨ। ਪਰ ਅੱਜ ਉਸੇ ਤਰ੍ਹਾਂ ਸਮਾਧੀ ਦੇ ਵਿੱਚ ਹਨ। ਅੱਗੇ ਕੁੰਡੀ ਲਾ ਕੇ ਕਮਰੇ ਦੀ ਫਿਰ ਬੈਠ ਜਾਂਦੇ ਸੀ। ਅੱਜ ਕਮਰਾ ਵੀ ਦਾ ਗੇਟ ਵੀ ਖੁੱਲ੍ਹਾ ਹੈ, ਕੁੰਡੀ ਖੁੱਲ੍ਹੀ ਹੈ। ਤਾਂ ਸੇਵਾਦਾਰ ਭਾਈ ਵੀਰ ਸਿੰਘ ਨਾਮ ਕਰਕੇ ਉਸਨੇ ਦੇਖਣਾ ਕੀਤਾ ਸੰਤ ਜੀ ਮਹਾਰਾਜ ਦਾ ਸਰੀਰ ਇਸੇ ਤਰ੍ਹਾਂ ਅਡੋਲ ਹੈ, ਸਮਾਧੀ ਵਿੱਚ ਜੁੜੇ ਹੋਏ ਹਨ। ਤਾਂ ਜਥੇਦਾਰ ਸੰਤ ਬਾਬਾ ਮਹਿੰਦਰ ਸਿੰਘ ਜੀ ਮਹਾਰਾਜ ਉਹ ਉਸ ਸਮੇਂ ਇੰਗਲੈਂਡ ਅੱਗੇ ਦੀਵਾਨਾਂ ਦੀ ਜਗ੍ਹਾ ਦੀ ਦੇਖਭਾਲ ਦੇ ਵਾਸਤੇ ਗਏ ਹੋਏ ਸਨ। ਜਦ ਵਾਪਸ ਆਏ ਤੇ ਇੰਗਲੈਂਡ ਦੇ ਸਮੇਂ ਮੁਤਾਬਕ 8:45 ਦਾ ਟਾਈਮ ਹੋ ਚੁੱਕਿਆ ਸੀ। ਭਾਈ ਵੀਰ ਸਿੰਘ ਜੀ ਨਾਮ ਦੇ ਸੇਵਾਦਾਰ ਨੇ ਦੱਸਿਆ ਕਿ ਅੱਜ ਸੰਤ ਜੀ ਮਹਾਰਾਜ ਨਾ ਤੇ ਸਮਾਧੀ ਤੋਂ ਉਥਾਨ ਹੋਏ ਹਨ, ਨਾ ਸੰਗਤ ਦੇ ਨਾਲ ਕੋਈ ਬਚਨ ਵਿਲਾਸ ਹੋਇਆ, ਨਾ ਕੋਈ ਗ੍ਰੰਥ ਅਦਵੈਤ ਸਿਧਾਂਤ ਜਾਂ ਵੇਦਾਂਤ ਦਾ ਕੋਈ ਬਚਨ ਸੁਣਿਆ।
ਤਾਂ ਇਉਂ ਕਰਕੇ ਅਡੋਲ ਬੈਠੇ ਹਨ, ਸਰੀਰ ਵੀ ਕੋਈ ਹਿਲ ਜੁਲ ਨਹੀਂ ਰਿਹਾ। ਤਾਂ ਸੰਤ ਜਥੇਦਾਰ ਸੰਤ ਬਾਬਾ ਮਹਿੰਦਰ ਸਿੰਘ ਜੀ ਮਹਾਰਾਜ ਉਹ ਘਬਰਾ ਕੇ ਛੇਤੀ ਦੇ ਨਾਲ ਅੰਦਰ ਗਏ। ਜਦ ਹੀ ਅੰਦਰ ਜਾ ਕੇ ਦੇਖਿਆ ਸੰਤ ਮਹਾਰਾਜ ਜੀਆਂ ਦਾ ਸਰੀਰ ਅਡੋਲ ਉਸੇ ਤਰ੍ਹਾਂ ਜਿਸ ਤਰ੍ਹਾਂ ਸਮਾਧੀ ਵਿੱਚ ਬੈਠਦੇ ਹਨ ਇਸ ਤਰ੍ਹਾਂ ਹੈ। ਜਾ ਕੇ ਸਰੀਰ ਨੂੰ ਹੱਥ ਲਾਇਆ, ਦੇਖਣਾ ਕੀਤਾ ਤਾਂ ਉਸ ਟਾਈਮ ਦੇਖਿਆ ਕਿ ਸੰਤ ਜੀ ਮਹਾਰਾਜ ਜੀਆਂ ਦੀ ਗਰਦਨ ਇੱਕ ਪਾਸੇ ਲਟਕ ਗਈ ਹੈ। ਤਾਂ ਇਹ ਦੇਖ ਕੇ ਇੱਕੋ ਦਮ ਬੜੇ ਬੈਰਾਗ ਦੇ ਵਿੱਚ ਆਏ ਕਿ ਸੰਤ ਜੀ ਮਹਾਰਾਜ ਆਪਣੇ ਪੰਜ ਭੌਤਿਕ ਸਰੀਰ ਦਾ ਪਰਿਤਿਆਗ ਕਰ ਗਏ ਹਨ। ਤਾਂ ਸਮਾਧੀ ਦੇ ਵਿੱਚ ਹੀ ਸੰਤ ਜੀ ਮਹਾਰਾਜ ਜੀਆਂ ਨੇ ਬੜੇ ਆਰਾਮ ਦੇ ਨਾਲ ਆਪਣੇ ਸਰੀਰ ਦਾ ਪਰਿਤਿਆਗ ਕਰ ਦਿੱਤਾ। ਹਰ ਕੇ ਸੇਵਕ ਜੋ ਹਰ ਭਾਏ ਤਿਨ ਕੀ ਕਥਾ ਨਿਰਾਰੀ ਰੇ, ਅਬ ਹੈ ਨਾ ਜਾਹੇ ਨਾ ਕਬਹੂ ਮਰਤੇ ਪਾਰ ਬ੍ਰਹਮ ਸੰਗਾਰੀ ਰੇ। ਰੱਬ ਦੇ ਪਿਆਰਿਆਂ ਦੀ ਕਥਾ ਦੁਨੀਆ ਦੇ ਨਾਲੋਂ ਸੰਸਾਰ ਦੇ ਨਾਲੋਂ ਵੱਖਰੀ ਹੋਇਆ ਕਰਦੀ ਹੈ। ਜਨਮ ਮਰਨ ਦੋਹੂ ਮਹਿ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਣ ਮਿਲਾਏ। ਅੱਜ ਭਾਈ ਬਾਲਾ ਬੇਨਤੀ ਕਰਦਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਕਿ ਸੱਚੇ ਪਾਤਸ਼ਾਹ ਭਾਈ ਮਰਦਾਨੇ ਨੇ ਸਾਰੀ ਜ਼ਿੰਦਗੀ ਆਪ ਜੀਆਂ ਦੀ ਸੇਵਾ ਦੇ ਵਿੱਚ ਲਗਾ ਦਿੱਤੀ, ਆਪ ਜੀਆਂ ਦੀ ਆਗਿਆ ਦੇ ਵਿੱਚ ਸਾਰੀ ਜ਼ਿੰਦਗੀ ਬਤੀਤ ਕਰ ਦਿੱਤੀ, ਸਾਰਾ ਮਨੁੱਖਾ ਜਨਮ ਸਫਲਾ ਕੀਤਾ। ਅੱਜ ਆਪ ਜੀਆਂ ਦੀ ਕਿਰਪਾ ਦੇ ਨਾਲ ਪੰਜ ਭੂਤਕ ਚੋਲੇ ਨੂੰ ਤਿਆਗ ਕੇ ਆਪ ਜੀਆਂ ਦੇ ਵਿੱਚ ਹੀ ਲੈ ਹੋ ਗਿਆ ਹੈ। ਜਿਉ ਗਜ ਫੂਲ ਮਾਲ ਕੋ ਡਰ ਹੈ। ਭਾਈ ਬਾਲਾ ਬੇਨਤੀ ਕਰਦਾ ਸੱਚੇ ਪਾਤਸ਼ਾਹ, ਜਿਸ ਤਰ੍ਹਾਂ ਕੋਈ ਹਾਥੀ ਆਪਣੇ ਗਲ ਦੇ ਵਿੱਚ ਪਾਈ ਹੋਈ ਫੁੱਲਾਂ ਦੀ ਮਾਲਾ ਨੂੰ ਲਾ ਕੇ ਪਰੇ ਰੱਖ ਦਿੰਦਾ ਹੈ, ਜਿਉ ਕਛ ਖੇਦ ਨਾ ਮਨ ਮੈਂ ਤਾਰ ਹੈ। ਇਸ ਤਰ੍ਹਾਂ ਭਾਈ ਮਰਦਾਨੇ ਨੇ ਬੜੇ ਆਰਾਮ ਦੇ ਨਾਲ ਆਪਣੇ ਪੰਜ ਭੌਤਿਕ ਸਰੀਰ ਦਾ ਤਿਆਗ ਕਰ ਦਿੱਤਾ। ਸ੍ਰੀ ਗੁਰ ਕਹਿਓ ਸੁਨੋ ਅਬ ਬਾਲਾ। ਤਾਂ ਸਤਿਗੁਰੂ ਬਚਨ ਕਰਦੇ ਹਨ ਕਿ ਭਾਈ ਬਾਲਾ ਸਾਡੇ ਵਚਨ ਸੁਣਨਾ ਕਰ। ਇਹ ਕੋ ਜਾਰ ਦਿਓ ਤਤਕਾਲਾ। ਕਿ ਭਾਈ ਮਰਦਾਨੇ ਦਾ ਇਹ ਸਰੀਰ ਚੇਤਨ ਕਲਾ ਤੋਂ ਖਾਲੀ ਪਿਆ ਹੈ। ਹੁਣ ਇਸ ਦੀ ਜੋ ਅੰਤਮ ਕਿਰਿਆ ਕਰਨੀ ਬਣਦੀ ਹੈ ਨਾ, ਇਹ ਆਪਾਂ ਆਪਣੇ ਹੱਥੀਂ ਕਰਨੀ ਹੈ। ਤਾਂ ਬਹੁਤ ਸਾਰੀ ਕਾਸ਼ਟ ਲੱਕੜਾਂ ਇਕੱਠੀਆਂ ਕਰੋ ਅਤੇ ਭਾਈ ਮਰਦਾਨੇ ਦੇ ਸਰੀਰ ਦਾ ਸੰਸਕਾਰ ਕਰ ਦਿੱਤਾ ਜਾਵੇ। ਨਿਜ ਪਰਤੇ ਪਟ ਇੱਕ ਗੁਣ ਦੀਨੋ। ਤਾਂ ਉਸ ਸਮੇਂ ਬਹੁਤ ਸਾਰੀਆਂ ਲੱਕੜਾਂ ਭਾਈ ਬਾਲੇ ਨੇ ਇਕੱਠੀਆਂ ਕਰ ਲਈਆਂ ਔਰ ਗੁਰੂ ਮਹਾਰਾਜ ਜੀਆਂ ਨੇ ਇੱਕ ਬਸਤਰ, ਇੱਕ ਕੱਪੜਾ ਆਪਣੇ ਸਰੀਰ ਤੋਂ ਆਪਣੇ ਪਾਸ ਰੱਖਿਆ ਹੋਇਆ, ਉਹ ਭਾਈ ਮਰਦਾਨੇ ਦੇ ਸੰਸਕਾਰ ਵਾਸਤੇ ਲਾ ਕੇ ਦੇ ਦਿੱਤਾ। ਤਬ ਮੈਂ ਏਕ ਆਪਨੋ ਲੀਨੋ। ਭਾਈ ਬਾਲਾ ਕਹਿਣ ਲੱਗਿਆ ਕਿ ਫਿਰ ਇੱਕ ਵਸਤਰ ਮੈਂ ਆਪਣਾ ਲਿਆ। ਦੋਨੋਂ ਨੀਕੀ ਬਿਦ ਸੋ ਪਾਏ। ਉਹ ਦੋਨੋਂ ਵਸਤਰ ਇੱਕ ਤੇ ਭਾਈ ਮਰਦਾਨੇ ਦੇ ਸਰੀਰ ਦੇ ਥੱਲੇ ਵਿਛਾ ਦਿੱਤਾ, ਉੱਪਰ ਭਾਈ ਮਰਦਾਨੇ ਦਾ ਸਰੀਰ ਰੱਖਿਆ ਹੈ। ਦੂਸਰਾ ਵਸਤਰ ਜੋ ਗੁਰੂ ਬਾਬਾ ਜੀਆਂ ਨੇ ਆਪਣਾ ਦਿੱਤਾ ਸੀ, ਇਹ ਭਾਈ ਮਰਦਾਨੇ ਦੇ ਸਰੀਰ ਦੇ ਉੱਪਰ ਪਾ ਦਿੱਤਾ। ਬਹੁ ਕਾਸ਼ਟ ਕੀਨੋ ਇਕ ਥਾਏ। ਬਹੁਤ ਸਾਰੀਆਂ ਲੱਕੜਾਂ ਭਾਈ ਬਾਲੇ ਨੇ ਜੰਗਲ ਦੇ ਵਿੱਚੋਂ ਹੀ ਇਕੱਠੀਆਂ ਕਰ ਲਈਆਂ ਹਨ। ਤਾਂ ਪਰ ਤਰਕੈ ਪਾਵਕ ਜਾਰੀ। ਇੱਥੇ ਦੱਸਿਆ ਜਾਂਦਾ ਹੈ ਕਿ ਇਸ ਨਗਰ ਦੇ ਵਿੱਚ ਵੀ ਇਹ ਖਬਰ ਪਹੁੰਚ ਗਈ ਸੀ ਕਿ ਜੋ ਭਾਈ ਮਰਦਾਨਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦਾ ਸੇਵਾਦਾਰ, ਉਹ ਆਪਣੇ ਪੰਜ ਭੂਤਕ ਚੋਲੇ ਨੂੰ ਤਿਆਗ ਗਿਆ ਹੈ, ਸਰੀਰ ਛੱਡ ਗਿਆ ਹੈ। ਇਸ ਨਗਰ ਦੇ ਵਿੱਚੋਂ ਵੀ ਬਹੁਤ ਸਾਰੇ ਪ੍ਰੇਮੀ ਆਏ ਸਨ ਤੇ ਇੱਥੇ ਗੁਰੂ ਬਾਬਾ ਜੀਆਂ ਦੇ ਪਾਸ ਆਏ ਤੇ ਸਭ ਨੇ ਮਿਲ ਜੁਲ ਕੇ ਭਾਈ ਮਰਦਾਨੇ ਦੇ ਸਰੀਰ ਦਾ ਅੰਤਮ ਸੰਸਕਾਰ ਜਾਣੇ ਸੰਸਕਾਰ ਕਰ ਦਿੱਤਾ। ਤਤ ਛਿਨ ਦੇਹ ਭਸਮ ਕਰ ਡਾਰੀ। ਬਸ ਉਸੇ ਟਾਈਮ ਸੰਸਕਾਰ ਹੋਇਆ ਭਾਈ ਮਰਦਾਨੇ ਦੇ ਸਰੀਰ ਦਾ ਤੇ ਇਸ ਤਰ੍ਹਾਂ ਕਰਕੇ ਅਗਨੀ ਨੇ ਇਹ ਸਰੀਰ ਨੂੰ ਭਸਮ ਕਰ ਦਿੱਤਾ ਹੈ। ਏਕ ਨਿਸ਼ਾ ਖੁਰਮੇ ਪਰਮਾਹੀ। ਭਾਈ ਮਰਦਾਨੇ ਦੇ ਸਰੀਰ ਦੇ ਸੰਸਕਾਰ ਤੋਂ ਬਾਅਦ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕੋ ਰਾਤ ਇਸੇ ਖੁਰਮੇ ਸ਼ਹਿਰ ਰਹਿੰਦੇ ਹਨ। ਰਹਿ ਪ੍ਰਭੂ ਜੇ ਭਿਖ ਦੁਖ ਜਾਹੀ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਦਰਸ਼ਨ ਕਰਕੇ ਦੁਖੀਆਂ ਦੇ ਦੁਖੜੇ ਦੂਰ ਹੋ ਜਾਂਦੇ ਹਨ,
ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਮਰਦਾਨੇ ਦੇ ਸਰੀਰ ਦੇ ਸੰਸਕਾਰ ਤੋਂ ਬਾਅਦ ਇੱਕ ਰਾਤ ਖੁਰਮੇ ਸ਼ਹਿਰ ਦੇ ਵਿੱਚ ਕੱਟਦੇ ਹਨ। ਪਏ ਤਿਆਰ ਚਲਨੇ ਕੋ ਜਬ ਹੀ। ਅਗਲਾ ਦਿਨ ਹੋਇਆ ਤੇ ਸਤਿਗੁਰੂ ਭਾਈ ਬਾਲੇ ਦੇ ਸਮੇਤ ਇਸ ਸ਼ਹਿਰ ਤੋਂ ਅੱਗੇ ਨੂੰ ਰਵਾਨਾ ਹੋਣ ਦੇ ਲਈ ਤਿਆਰੀ ਕਰ ਲੈਂਦੇ ਹਨ। ਗੋਰਖ ਦਈ ਦਿਖਾਈ ਤਬ ਹੀ। ਜਦ ਸਤਿਗੁਰਾਂ ਨੇ ਇੱਥੋਂ ਜਾਣ ਦੀ ਤਿਆਰੀ ਕੀਤੀ ਤੇ ਗੋਰਖਨਾਥ 84 ਸਿੱਧਾਂ ਦਾ ਜੋ ਗੁਰੂ ਸੀ ਇਹ ਆ ਕੇ ਦਿਖਾਈ ਦਿੰਦਾ ਹੈ। ਦੋਹਰਾ ਕੁਛ ਕ ਸਿੱਧ ਜੇ ਸੰਗ ਹੈ ਕਹੀ ਆਦੇਸ਼ ਆਦੇਸ਼। ਗੋਰਖਨਾਥ ਦੇ ਨਾਲ ਕੁਝ ਕੁ ਸਿੱਧ ਇਹ ਵੀ ਚੱਲ ਕੇ ਆਏ ਹਨ। ਗੁਰੂ ਬਾਬਾ ਜੀਆਂ ਦੇ ਪਾਸ ਪਹੁੰਚੇ, ਨਜ਼ਦੀਕ ਪਹੁੰਚ ਕੇ ਆਦੇਸ਼ ਆਦੇਸ਼ ਦਾ ਬੋਲਾ ਆਪਣੇ ਮਤ ਦੇ ਅਨੁਸਾਰ ਬੋਲਦੇ ਹਨ। ਏਕ ਓੰਕਾਰ ਆਦੇਸ਼ ਹੈ ਬੋਲੇ ਸ੍ਰੀ ਜਗਤੇਸ਼ਾ। ਜਦ ਇਸ ਤਰ੍ਹਾਂ ਕਰਕੇ ਜਦ ਗੋਰਖਨਾਥ ਨੇ ਆਦੇਸ਼ ਆਦੇਸ਼ ਉਚਾਰੀ ਤੇ ਗੁਰੂ ਬਾਬਾ ਜੀਆਂ ਨੇ ਅੱਗੋਂ ਬਚਨ ਕੀਤਾ ਕਿ ਏਕ ਓੰਕਾਰ ਕੋ ਆਦੇਸ਼, ਉਸ ਨਿਰੰਕਾਰ ਨੂੰ ਆਦੇਸ਼ ਹੈ, ਨਮਸਕਾਰ ਹੈ ਸਾਡੀ। ਚੌਪਈ ਸਿੱਧ ਸਭ ਬੈਠੇ ਬਚਨ ਲਾਏ। ਸਾਰੇ ਸਿੱਧ ਜਿਹੜੇ ਗੋਰਖਨਾਥ ਦੇ ਨਾਲ ਚੱਲ ਕੇ ਆਏ ਸੀ ਗੁਰੂ ਬਾਬਾ ਜੀਆਂ ਨੂੰ ਆਦੇਸ਼ ਕਰਕੇ ਨਮਸਕਾਰ ਕਰਕੇ ਸਤਿਗੁਰਾਂ ਦੇ ਆਸੇ-ਪਾਸੇ ਚੌਂਕੜੇ ਲਗਾ ਕੇ ਬੈਠ ਜਾਂਦੇ ਹਨ। ਕੈਸੇ ਦੁਰਮਤ ਤਿਆਗੀ ਜਾਏ। ਫੇਰ ਗੋਰਖਨਾਥ ਅਤੇ ਸਿੱਧਾਂ ਨੇ ਹੋਰ ਸਿੱਧਾਂ ਨੇ ਗੁਰੂ ਬਾਬਾ ਜੀਆਂ ਦੇ ਨਾਲ ਬਚਨ ਬਿਲਾਸ ਗਿਆਨ ਗੋਸ਼ਟ ਕਰਨੀ ਸ਼ੁਰੂ ਕਰ ਦਿੱਤੀ। ਉਹਨਾਂ ਨੇ ਆਪਣੇ ਵੱਲੋਂ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਇਹ ਦੱਸਣਾ ਕਰੋ ਕਿ ਜਿਹੜੀ ਦੁਰਮਤ ਹੈ, ਖੋਟੀ ਮਤ ਹੈ, ਇਸ ਨੂੰ ਕਿਵੇਂ ਤਿਆਗਿਆ ਜਾਵੇ, ਕਿਉਂਕਿ ਖੋਟੀ ਮਤ ਦੁਰਮਤ ਸਹਿਜੇ ਹੀ ਆਪਣੇ ਆਪ ਹੀ ਆ ਜਾਂਦੀ ਹੈ। ਜੇਕਰ ਚੰਗੀ ਮਤ ਜਿਸ ਨੂੰ ਸੁਮਤ ਕਿਹਾ ਜਾਂਦਾ ਹੈ ਉਹ ਪ੍ਰਾਪਤ ਕਰਨੀ ਹੋਏ ਤੇ ਇਨਸਾਨ ਨੂੰ ਖੇਚਲ ਕਰਨੀ ਪੈਂਦੀ ਹੈ। ਔਰ ਕੁਝ ਨਾ ਕੁਝ ਖੇਚਲ ਕਰਨੀ ਪੈਂਦੀ ਹੈ, ਕੁਝ ਮਿਹਨਤ ਕਰਨੀ ਪੈਂਦੀ ਹੈ, ਤਾਂ ਜਾ ਕੇ ਗੁਰਮਤ ਅਤੇ ਸੁਮਤ ਆਇਆ ਕਰਦੀ ਹੈ। ਖੋਟੀ ਮਤ ਹੈ, ਦੁਰਮਤ ਹੈ, ਕਲਯੁਗ ਦੇ ਸਮੇਂ ਦੇ ਵਿੱਚ ਸਹਿਜੇ ਹੀ ਆਪਣੇ ਆਪ ਹੀ ਆ ਜਾਂਦੀ ਹੈ। ਗੋਰਖਨਾਥ ਅਤੇ ਸਿੱਧਾਂ ਨੇ ਗੁਰੂ ਬਾਬਾ ਜੀਆਂ ਦੇ ਪਾਸ ਇਸ ਤਰ੍ਹਾਂ ਦੇ ਨਾਲ ਸਵਾਲ ਜਵਾਬ ਕਰਨੇ ਸ਼ੁਰੂ ਕੀਤੇ। ਹੁਣ ਜਿਸ ਪ੍ਰਕਾਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਨੇ ਇਹਨਾਂ ਸਿੱਧਾਂ ਦੇ ਬਹੁਤ ਸਾਰੇ ਸਵਾਲਾਂ ਦਾ ਜਵਾਬ ਦੇਣਾ ਹੈ ਅਤੇ ਇੱਥੋਂ ਚੱਲ ਕੇ ਅਚਲ ਬਟਾਲੇ ਸਿੱਧਾਂ ਦੇ ਕਹਿਣ 'ਤੇ ਪਹੁੰਚਣਾ ਹੈ। ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਵੇਗੀ। ਇਹੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰਤਾ ਗੱਦੀ 'ਤੇ ਵਿਰਾਜਮਾਨ ਹੋ ਕੇ ਸਿੱਖ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ। ਸਿੱਧ ਸਭ ਬੈਠੇ ਬਚਨ ਲਾਏ। ਕੈਸੇ ਦੁਰਮਤ ਤਿਆਗੀ ਜਾਏ। ਸਿੱਧ ਸਭ ਬੈਠੇ ਬਚਨ ਲਾਏ। ਕੈਸੇ ਦੁਰਮਤ ਤਿਆਗੀ ਜਾਏ। ਇਹ ਅਚੋਤੇ ਪਾਰ ਬ੍ਰਹਮ